ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ। ਕੀ ਹਾਲ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਅਕਸਰ ਰਾਜਨੀਤਿਕ ਮੁੱਦਿਆਂ ਉੱਤੇ ਚਰਚਾ ਕੀਤੀ ਜਾਂਦੀ ਹੈ ਤੇ ਰਾਜਨੀਤਿਕ ਲੋਕਾਂ ਤੋਂ ਜਾਣਿਆ ਜਾਂਦਾ ਹੈ ਕਿ ਆਖਿਰ ਪੰਜਾਬ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਕੀ ਵਿਚਾਰ है। लेकिन इस बार क्योंकि 75वां अमृत महोत्सव मना रहे हैं, बेहद ही खास ये मौका है। लेकिन पंजाब दे विच सेहत सुविधावां इन्हां 75 सालां दे विच आखिर किन्नी की सही रही है, केंद्र दी किन्नी की योजनावां पंजाब दे विच लागू हुई है, नवी सरकार आउण तो बाद की कुछ बदलाव होया है, इन सारे मुद्दों नूं लैके गलबात करांगे। साडे नाल पॉलिटिकल एक्सपर्ट डॉक्टर दलेर सिंह मुल्तानी है, जिन्हां ने आप खुद हैल्थ सर्विसिज दे विच सर्विस दित्ती है ते ओह बखूबी तौर ते जानदे हैं कि पंजाब दे विच जिहड़ी सेहत सुविधावां ने आखिर वो किस पद्धर ते पहुंची है ते किन्ने की सुधार दी होर लोड़ है। साडे नाल पॉलिटिकल एक्सपर्ट जुड़ गए ने डॉक्टर दलेर सिंह मुल्तानी। सर सत श्री अकाल, बहुत बहुत स्वागत है तुहाडा पंजाब टुडे दे विच। सत श्री अकाल जी पूजा जी, सत श्री अकाल तुहानूं भी ते सारे सुनने वालियां नूं देखण वालियां नूं भी सत श्री अकाल। दलेर सर, पंजाब की गल करिए, पंजाब बेहद खास है हर किसी दे लई। पंजाब ने जिहड़ा ग्रीन रेवोल्यूशन दे वक्त सारे देश भर दा ढिड भरिया सी, उस तो इलावा चैलेंजेस बहुत सारे सी पंजाब दे लई। आज़ादी दिहाड़े दी जेकर गल कीती जाए, किन्ना की खास तुसीं मनदे हो पंजाबियां दा योगदान इस विच रहा है? देखो पूजा जी, क्योंकि ਆਪਾਂ 75 ਸਾਲ ਹੁਣ ਆਜ਼ਾਦੀ ਦੇ ਦਿਵਸ ਦੀ ਖਾਸ ਕਰਕੇ 15 ਅਗਸਤ ਦੀ ਜਦੋਂ ਆਪਾਂ ਗੱਲ ਕਰਦੇ ਆ, ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹਾਂਗਾ ਕਿ ਇਸ ਆਜ਼ਾਦੀ ਜਿਹੜੀ ਹੈਗੀ ਹੈ ਉਹ ਮਿਲੀ ਹੈ। ਮੈਂ ਸ਼ੁਰੂ 'ਚ ਤੁਹਾਨੂੰ ਦੱਸਾਂ ਕਿ ਸਵੇਰੇ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਕਿ ਜਦੋਂ 1947 ਤੋਂ ਪਹਿਲਾਂ ਇੱਕ ਸਰਟੀਫਿਕੇਟ ਇਸ਼ੂ ਹੁੰਦਾ ਸੀਗਾ, ਉਹਦਾ ਨਾਮ ਸੀ ਕੁਰਸੀ ਨਿਸ਼ਾਨ। ਜਿਹਦੇ ਕੋਲ ਉਹ ਸਰਟੀਫਿਕੇਟ ਹੁੰਦਾ ਸੀਗਾ ਉਹ ਕਿਸੇ ਅੰਗਰੇਜ਼ ਅਫਸਰ ਦੇ ਸਾਹਮਣੇ ਜਾ ਕੇ ਕੁਰਸੀ ਤੇ ਬੈਠ ਸਕਦਾ ਸੀਗਾ, ਦੂਸਰਾ ਬੰਦਾ ਜਿਹੜਾ ਕੁਰਸੀ ਤੇ ਨਹੀਂ ਸੀ ਬੈਠ ਸਕਦਾ ਜੀ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਜਿਹੜੀ ਮੈਂ ਸਵੇਰੇ ਪੋਸਟ ਪੜ੍ਹੀ ਤੇ ਉਹ ਸੈਂਟੀਮੈਂਟਲ ਵੀ ਲੱਗਦੀ ਹੈ ਤੇ ਲੱਗਦਾ ਹੈ ਕਿ ਜਿਹੜੀ ਆਜ਼ਾਦੀ ਜਿਹੜੀ ਹੈਗੀ ਹੈ ਉਹਦੀ ਜ਼ਰੂਰਤ ਸੀ ਅਸਲ 'ਚ। ਕਈ ਵਾਰੀ ਕਈ ਲੋਕ ਨਾ ਇਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ ਕਿ ਬੜਾ ਸੋਹਣਾ ਰਾਜ ਚੱਲ ਰਿਹਾ ਸੀਗਾ ਜੀ, ਉਹ ਐਕਟ ਜਿਹੜੇ ਹੈਗੇ ਆ ਉਹ 1800 ਵਾਲੇ ਅਸੀਂ ਵੀ ਯੂਜ਼ ਕਰਦੇ ਆ, ਮੈਂ ਵੀ ਕਈ ਵਾਰੀ ਇਸ ਗੱਲ ਤੇ ਬੋਲਦਾ। ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ ਕਿ ਤੁਹਾਨੂੰ ਕੁਰਸੀ ਤੇ ਬੈਠਣ ਦੀ ਆਜ਼ਾਦੀ ਵੀ ਨਹੀਂ ਸੀ, ਉਸ ਤੋਂ ਫਿਰ ਇਹ ਪਤਾ ਲੱਗਦਾ ਹੈ ਕਿ ਵਾਕਿਆ ਹੀ ਜਿਹੜਾ ਹੈਗਾ ਉਹ ਆਜ਼ਾਦੀ ਦੀ ਜ਼ਰੂਰਤ ਸੀ। ਜਿਨ੍ਹਾਂ ਲੋਕਾਂ ਨੇ ਇਸ ਕੰਮ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਲਾਮ ਕਰਨਾ, ਸਲੂਟ ਕਰਨਾ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈਗੀ ਹੈ ਉਸ ਨੂੰ ਸਲੂਟ ਕਰਨਾ, ਔਰ ਉਸ ਦੀ ਕੀਮਤ ਅਸੀਂ ਅਦਾ ਨਹੀਂ ਕਰ ਸਕਦੇ। ਜਿਹੜੀ ਇਹਦਾ ਫਾਰਮ ਹੁਣ ਆਪਾਂ 75 ਸਾਲ ਦੇ ਉੱਤੇ ਇਹ ਤਿਰੰਗਾ ਝੰਡਾ ਲਹਿਰਾ ਕੇ ਆਪਾਂ ਕਰ ਰਹੇ ਹਾਂ ਜਾਂ ਯਾਤਰਾ ਕਰ ਰਹੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਲੋਕਾਂ ਦੀ ਕੁਰਬਾਨੀ ਨੂੰ ਹੀ ਜਿਹੜੀ ਹੈਗੀ ਹੈ ਉਹਨਾਂ ਦੀ ਕੀਮਤ ਹੈ ਜਿਹੜੀ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਔਰ ਸਾਨੂੰ ਜ਼ਰੂਰਤ ਸੀ, ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਹੈ ਕਿ ਕੁਰਸੀ ਨਿਸ਼ਾਨ ਵਾਸਤੇ ਵੀ, ਸਾਨੂੰ ਬੈਠਣ ਵਾਸਤੇ ਵੀ। ਪਰ ਸਵਾਲ ਉਸ ਤੋਂ ਅੱਗੇ ਜਿਹੜਾ ਹੈਗਾ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਡਿਵੈਲਪਮੈਂਟ ਵਾਲੀ ਗੱਲ, ਇਹ ਬਿਲਕੁਲ ਠੀਕ ਹੈਗੀ ਹੈ ਕਿ ਜਦੋਂ ਤੁਸੀਂ ਯਾਦ ਕਰੋ ਕਿ 1947 'ਚ ਜਦੋਂ ਭਾਰਤ ਆਜ਼ਾਦ ਹੋਇਆ, ਉਸ ਟਾਈਮ ਦੇ ਉੱਤੇ ਆਪਾਂ ਸਿਹਤ ਬਾਰੇ ਜਦੋਂ ਗੱਲ ਕਰਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਐਵਰੇਜ ਏਜ ਜਿਹੜੀ ਸੀ ਉਹ 37 ਸਾਲ ਸੀ, ਜਿਹੜੀ ਕਿ ਹੁਣ ਵੱਧ ਕੇ ਐਵਰੇਜ ਏਜ ਜਿਹੜੀ ਹੈਗੀ ਆ ਉਹ 67 ਸਾਲ ਦੇ ਕਰੀਬ ਹੋ ਚੁੱਕੀ ਆ। ਆਪਾਂ ਜਿਹੜੇ ਵਰਲਡ ਲੈਵਲ ਦੇ ਉੱਤੇ ਭਾਵੇਂ ਇਹ ਹੁੰਦੀ ਘੜੀ 75 ਦੇ ਆਸੇ ਪਾਸੇ ਆ, ਮੀਨਸ ਕਿ ਅਸੀਂ ਉਹਦੇ ਨੇੜੇ ਪਹੁੰਚੇ ਹੋਏ ਆ। ਇਸ ਦਾ ਮਤਲਬ ਹੈਗਾ ਕਿ ਇੰਡੀਆ ਨੇ ਵੀ ਤਰੱਕੀ ਕੀਤੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ। ਲੇਕਿਨ ਜਿਸ ਤਰ੍ਹਾਂ ਤੁਸੀਂ ਇੰਟਰੋਡਕਸ਼ਨ 'ਚ ਕਿਹਾ ਕਿ ਜਿੰਨੀ ਤਰੱਕੀ ਅਸਲ 'ਚ ਹੋਣੀ ਚਾਹੀਦੀ ਸੀ ਉਹ ਤਰੱਕੀ ਜਿਹੜੀ ਹੈਗੀ ਆ ਉਹ ਨਹੀਂ ਹੋ ਪਾਈ। ਕਈ ਸਾਰੇ ਕਾਰਨ ਹੋਣਗੇ। ਆਪਾਂ ਪੰਜਾਬ ਤੇ ਜੇ ਸਿਰਫ ਕੰਸਨਟਰੇਟ ਕਰੀਏ ਤਾਂ ਕਿਉਂਕਿ ਮੈਂ ਹੈਲਥ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਅਟੈਚ ਰਿਹਾ, ਆਪ ਵੈਸੇ ਪਿੰਡ ਦਾ ਰਿਹਾ ਨਾ ਹੋਣ ਕਰਕੇ, ਖੇਤੀ ਨਾਲ ਸੰਬੰਧਿਤ ਹੋਣ ਕਰਕੇ ਖੇਤੀ ਦਾ ਵੀ ਮੈਨੇ ਸਿਸਟਮ ਦੇਖਿਆ। ਮੈਨੇ ਐਜੂਕੇਸ਼ਨ ਪਿੰਡਾਂ 'ਚ ਕਿਵੇਂ ਹੁੰਦੀ ਸੀ, ਕਿੰਨੀ ਚੰਗੀ ਤੇ ਕਿੰਨੀ ਮਾੜੀ ਸੀ, ਕਿੰਨੀ ਡਿਫੀਕਲਟ ਸੀ, ਉਹ ਵੀ ਦੇਖੀ ਹੈ। ਸਿਹਤ ਬਾਰੇ ਵੀ ਜਿਹੜਾ ਹੈਗਾ, ਕਿਉਂਕਿ ਮੈਂ ਆਪ 1987 ਦੇ ਵਿੱਚ ਨੌਕਰੀ ਜੁਆਇਨ ਕੀਤੀ ਹੈ ਔਰ ਉਸ ਤੋਂ ਬਾਅਦ ਤਾਂ ਚਲੋ ਥੋੜਾ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਕਿਉਂਕਿ ਤੁਸੀਂ ਡਿਪਾਰਟਮੈਂਟ ਦੇ ਵਿੱਚ ਸੀ। ਸੋ ਮੈਂ ਇਹ ਗੱਲ ਕਹਾਂਗਾ ਕਿ ਡਿਵੈਲਪਮੈਂਟ ਹੋਈ ਹੈ, ਕਾਫੀ ਹੋਈ ਹੈ, ਲੇਕਿਨ ਇੱਕੋ ਜਿਹੜਾ ਕਾਲਾ ਦੌਰ ਵਿੱਚ ਜਿਹੜਾ ਹੈਗਾ 80 ਔਰ 90 ਦੇ ਵਿੱਚ ਆਇਆ, ਉਸ ਨੇ ਤਕਰੀਬਨ ਜਿਹੜੀਆਂ ਹੈਗੀਆਂ ਨੇ ਸਾਰੀਆਂ ਸਰਵਿਸਿਜ਼ ਨੂੰ ਡਿਸਟਰਬ ਕੀਤਾ। ਕੱਲਾ ਸਿਰਫ ਹੈਲਥ ਕਹੀਏ ਜਾਂ ਆਪਾਂ ਐਜੂਕੇਸ਼ਨ ਕਹੀਏ ਜਾਂ ਅਸੀਂ ਐਡਮਿਨਿਸਟ੍ਰੇਸ਼ਨ ਕਹੀਏ ਜਾਂ ਆਪਾਂ ਕਹੀਏ ਕਿ ਲੋਕਾਂ ਨਾਲ ਵਧੀਕੀਆਂ ਹੋਈਆਂ, ਇਹ ਕੱਲੀ ਗੱਲ ਨਹੀਂ ਸੀ। ਇਹ ਸਾਰੇ ਸਿਸਟਮ ਨੂੰ ਉਸਨੇ ਜਿਹੜਾ ਹੈਗਾ ਉਹ ਇਫੈਕਟ ਕੀਤਾ। ਔਰ ਪੂਜਾ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 1987 ਤੋਂ ਜਦੋਂ ਮੈਂ ਨੌਕਰੀ ਜੁਆਇਨ ਕੀਤੀ ਹੈ ਉਦੋਂ ਵੈਸੇ ਟਾਵਾਂ ਸੀ, ਨਹੀਂ ਤਾਂ ਆਪਾਂ ਇਹ ਮੰਨ ਕੇ ਚੱਲਦੇ ਸੀਗੇ ਕਿ ਆਪਣੇ ਬਹੁਤ ਸਾਰੇ ਡਾਕਟਰਸ ਹੋਣ ਚਾਹੇ ਮਾਸਟਰ ਹੋਣ ਪਿੰਡਾਂ 'ਚ ਰਹਿੰਦੇ ਸੀ, ਡਿਸਪੈਂਸਰੀਆਂ ਦੇ ਵਿੱਚ ਰਹਿੰਦੇ ਸੀ। ਮੈਨੇ ਕਈ ਸਾਰੀਆਂ ਚੰਗੀਆਂ ਡਿਸਪੈਂਸਰੀਆਂ, ਕਿਉਂਕਿ ਪੰਜਾਬ ਵਿੱਚ ਮੈਂ ਕਾਫੀ ਥਾਵਾਂ ਤੇ ਮੇਰੀ ਪੋਸਟਿੰਗ ਰਹੀ ਹੈ, ਕਈ ਡਿਸਟ੍ਰਿਕਟਸ ਦੇ ਵਿੱਚ ਰਹੀ ਹੈ, ਔਰ ਚੰਗੀਆਂ ਡਿਸਪੈਂਸਰੀਜ਼ ਜਿਹੜੀਆਂ ਜਿੱਥੇ ਲੋਕ ਰਹਿ ਕੇ ਆਪਣੀ ਸਰਵਿਸ ਦਿੰਦੇ ਸੀ,
ਲੇਕਿਨ ਇਹ ਜਿਹੜਾ ਦੌਰ ਜਿਹੜਾ ਹੈਗਾ, ਜਿਹੜਾ 80s ਔਰ 90 ਦੇ ਵਿੱਚ ਆਇਆ, ਇਸ ਨੇ ਸਿਸਟਮ ਨੂੰ ਕਾਫੀ ਜ਼ਿਆਦਾ ਡਿਸਟਰਬ ਕੀਤਾ, ਐਡਮਿਨਿਸਟ੍ਰੇਸ਼ਨ ਨੂੰ ਡਿਸਟਰਬ ਕੀਤਾ, ਗਵਰਨਮੈਂਟ EMPLOYEES ਨੂੰ ਡਿਸਟਰਬ ਕੀਤਾ, ਈਵਨ ਪੋਲਿਟਿਕਸ ਨੂੰ ਵੀ ਡਿਸਟਰਬ ਕੀਤਾ ਇਸ ਦੇ ਵਿੱਚ ਜਿਹੜੀ ਹੈਗੀ ਹੈ। ਤੁਸੀਂ ਦੇਖਿਆ ਹੋਣਾ ਕਿ ਕਈ ਸਾਰੇ ਸੀਨੀਅਰ ਪੋਲੀਟੀਸ਼ੀਅਨ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਉਸ ਪੀਰੀਅਡ ਦੇ ਦੌਰਾਨ ਕਈ ਸਾਰੀਆਂ ਦਿੱਕਤਾਂ ਜਿਹੜੀਆਂ ਹੈਗੇ ਨੇ, ਐਮਰਜੈਂਸੀ ਦੇ ਵਿੱਚ ਡੈਥ ਵੀ ਹੋਈਆਂ, ਕਈ ਕੁਝ ਹੋਇਆ ਵਿੱਚ ਜਿਹੜਾ ਹੈਗਾ। ਸੋ ਇਹ ਹੈਲਥ ਸਾਡਾ ਜਿਹੜਾ, ਜਦੋਂ ਆਪਾਂ ਹੈਲਥ ਤੇ ਸਿਰਫ ਕੰਸੈਂਟਰੇਟ ਕਰਦੇ ਆ, ਤਾਂ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜਿਹੜਾ 1984 ਤੋਂ ਪਹਿਲਾਂ ਵਾਲਾ, ਜਾਂ 80 82 ਕਹਿ ਲਓ ਤੁਸੀਂ, 85 ਵੀ ਕਹਿ ਸਕਦੇ ਹੋ ਆਪਾਂ, ਉਸ ਤੋਂ ਪਹਿਲੀ ਵਾਲੀ ਹੈਲਥ ਦੀਆਂ ਸਰਵਿਸਿਜ਼ ਤੇ ਜਿਹੜੀਆਂ ਉਸ ਤੋਂ ਬਾਅਦ ਫਿਰ ਇਹ 2006 ਚ ਜਦੋਂ ਨੈਸ਼ਨਲ ਹੈਲਥ ਮਿਸ਼ਨ ਆਇਆ, ਉਹਦੇ ਵਿੱਚ ਜਿਹੜਾ ਗੈਪ ਹੈ ਐਡਾ ਵੱਡਾ, ਉਸ ਗੈਪ ਨੇ ਕਾਫੀ ਜ਼ਿਆਦਾ ਡਿਸਟਰਬ ਕੀਤਾ, ਕਿਉਂਕਿ ਉਹਦੇ ਵਿਚਕਾਰ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹ ਨਾ ਮਾਤਰ ਦੀਆਂ ਸਰਵਿਸਿਜ਼ ਸੀਗੀਆਂ, ਜਿਹੜੀਆਂ ਹੁਣ ਦੀ ਘੜੀ ਆਪਾਂ ਹੈਲਥ ਸਰਵਿਸਿਜ਼ ਦੇਖਦੇ ਆ ਜੀ। ਇਹ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ, ਇਹ ਨੈਸ਼ਨਲ ਹੈਲਥ ਮਿਸ਼ਨ ਤੋਂ, ਕਿਉਂਕਿ 2006 ਚ ਪਹਿਲਾਂ ਆਪਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਆਇਆ, ਫਿਰ ਉਹ ਅਰਬਨ ਹੈਲਥ ਮਿਸ਼ਨ ਆਇਆ, ਫਿਰ ਇਹ ਨੈਸ਼ਨਲ ਹੈਲਥ ਮਿਸ਼ਨ ਬਣ ਗਿਆ। ਇਹ ਜਿਹੜੀਆਂ ਅੱਜ ਆਪਾਂ ਸਰਵਿਸਿਜ਼ ਦੇਖ ਰਹੇ ਆ, ਇਹ ਸਰਵਿਸਿਜ਼ ਜਿਹੜੀਆਂ ਨੇ, ਇਹ ਨੈਸ਼ਨਲ ਹੈਲਥ ਮਿਸ਼ਨ ਦਾ ਤੇ ਦਿੱਤੀ ਹੋਏ ਯੋਗ, ਜਾਂ ਜੋ ਉਸਨੇ ਆਪਾਂ ਨੂੰ ਦਿੱਤਾ ਹੈਲਥ ਮਿਸ਼ਨ ਨੇ, ਉਹਦੇ ਕਰਕੇ ਆਪਾਂ ਅੱਜ ਦੀ ਡੇਟ ਦੇ ਵਿੱਚ ਕਿਤੇ ਸਟੈਂਡ ਕਰਦੇ ਆ। ਲੇਕਿਨ ਅਜੇ ਤੱਕ ਵੀ ਸਾਡੀਆਂ ਜਿਹੜੀਆਂ ਸਰਵਿਸਿਜ਼ ਨੇ, ਕਿਉਂਕਿ ਹੈਲਥ ਸਰਵਿਸਿਜ਼ ਨਾ ਦੋ ਪਾਰਟ ਵਿੱਚ ਡਿਵਾਈਡਡ ਨੇ, ਇੱਕ ਨੂੰ ਆਪਾਂ ਪ੍ਰੀਵੈਂਟਿਵ ਪ੍ਰਮੋਟਿਵ ਸਰਵਿਸਿਜ਼ ਕਹਿੰਦੇ ਆ, ਇੱਕ ਨੂੰ ਆਪਾਂ ਕਿਊਰੇਟਿਵ ਕਹਿੰਦੇ ਆ। ਕਿਊਰੇਟਿਵ ਦਾ ਮਤਲਬ ਹੁੰਦਾ ਕਿ ਮਰੀਜ਼ ਬਿਮਾਰ ਹੋ ਗਿਆ ਤਾਂ ਤੁਸੀਂ ਉਸਨੂੰ ਇਲਾਜ ਕਰਨਾ ਹੈ। ਪ੍ਰੀਵੈਂਟਿਵ ਪ੍ਰਮੋਟਿਵ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਲੋਕਾਂ ਨੂੰ ਬਿਮਾਰ ਹੀ ਨਹੀਂ ਹੋਣ ਦੇਣਾ ਔਰ ਲੋਕ ਤੰਦਰੁਸਤ ਹੋਣ, ਜਿਹਦੇ ਚ ਅਸੀਂ ਹੈਲਥ ਦੀ ਇੱਕ ਡੈਫੀਨੇਸ਼ਨ ਵਰਡ ਯੂਜ਼ ਕਰਦੇ ਨੇ ਕਿ ਹੈਲਥ ਇਜ਼ ਨਾਟ ਮੀਰਲੀ ਦ ਐਬਸੈਂਸ ਆਫ ਡਿਜ਼ੀਜ਼, ਇਟ ਇਜ਼ ਦ ਫਿਜ਼ੀਕਲ, ਸੋਸ਼ਲ, ਮੈਂਟਲ ਐਂਡ ਈਵਨ ਸਪਿਰਿਚੁਅਲ ਵੈਲਬੀਇੰਗ ਆਫ ਏ ਪਰਸਨ। ਤੁਸੀਂ ਦੇਖੋ ਕਿ ਕਿੰਨੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ ਜਿਹੜੀਆਂ, ਮੈਂ ਪ੍ਰੀਵੈਂਟਿਵ ਪ੍ਰਮੋਟਿਵ ਦੀ ਗੱਲ ਕੀਤੀ ਹੈ, ਚੇਚਕ ਵਰਗੀ ਬਿਮਾਰੀ, ਸਮਾਲ ਪੌਕਸ ਜਿਹਨੂੰ ਆਪਾਂ ਕਹਿੰਦੇ ਸੀ, ਉਹ ਖਤਮ ਹੋਈ ਹੈ। ਪੋਲੀਓ ਤੁਹਾਡੇ ਹੁੰਦਿਆਂ ਤੁਹਾਡੀ ਵੀ ਇਸ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜਾ ਹੈਗਾ 1995 ਦੇ ਵਿੱਚ ਪਲਸ ਪੋਲੀਓ ਪ੍ਰੋਗਰਾਮ ਸਟਾਰਟ ਹੋਇਆ, 2011 ਦੇ ਵਿੱਚ ਪੋਲੀਓ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚੋਂ ਖਤਮ ਹੋ ਗਿਆ, 2013 ਚ ਇੰਡੀਆ ਨੂੰ ਪੋਲੀਓ ਫ੍ਰੀ ਡਿਕਲੇਅਰ ਕਰਤਾ ਗਿਆ। ਇਹ ਸਾਰੀ ਪ੍ਰੀਵੈਂਟਿਵ ਪ੍ਰਮੋਟਿਵ ਸਰਵਿਸਿਜ਼ ਸੀਗੀਆਂ। ਟੀਬੀ ਦੇ ਬਹੁਤ ਘੱਟ ਕੇਸਿਸ ਹੁੰਦੇ ਆ, ਔਰ ਤੁਸੀਂ ਦੇਖਿਆ ਹੋਣਾ ਕਿ ਚਿਕਨ ਪੌਕਸ, ਮੀਜ਼ਲਸ ਜਾਂ ਕਾਲੀ ਖਾਂਸੀ ਹੁੰਦੀ ਸੀ, ਉਸ ਦੇ ਕੇਸਿਸ ਬਹੁਤ ਘਟ ਗਏ ਆ ਵਿੱਚੋਂ। ਮਲੇਰੀਆ ਬਹੁਤ ਜ਼ਿਆਦਾ ਤੱਕ ਕੰਟਰੋਲ ਹੋ ਗਿਆ ਹੋਇਆ ਵਿੱਚ। ਸੋ ਇਹ ਜਿਹੜੀਆਂ ਲੇਡੀਜ਼ ਜਿਨ੍ਹਾਂ ਦੀ ਡੈਥ ਹੋ ਜਾਂਦੀ ਸੀ ਡਿਊਰਿੰਗ ਪ੍ਰੈਗਨੈਂਸੀ, ਉਹ ਕੰਪੈਰੇਟਿਵਲੀ ਬਹੁਤ ਘਟ ਗਿਆ। ਬੱਚੇ ਜਿਹੜੇ ਹੈਗੇ ਨੇ, ਉਹਨਾਂ ਦੀ ਡੈਥ ਰੇਟ ਜਿਹੜਾ ਹੈਗਾ, ਉਹ ਇਨਫੈਂਟ 1 ਸਾਲ ਤੋਂ ਘੱਟ ਵਾਲੇ, ਉਹਨਾਂ ਦੀ ਡੈਥ ਰੇਟ ਜਿਹੜੀ ਹੈਗੀ ਉਹ ਕੰਪੈਰੇਟਿਵਲੀ ਘਟ ਗਈ। ਇਹਨਾਂ ਸਾਰੀਆਂ ਪ੍ਰੋਸੈਸ ਕਰਕੇ, ਜਿਸ ਤਰ੍ਹਾਂ ਮੈਂ ਇੱਕ ਵਰਡ ਸ਼ੁਰੂ ਚ ਯੂਜ਼ ਕੀਤਾ ਸੀਗਾ, ਉਹ ਜਿਹੜੀ 37 ਸਾਲ ਐਵਰੇਜ ਏਜ ਸੀ, ਉਹ 67 ਸਾਲ ਐਵਰੇਜ ਏਜ ਜਿਹੜੀ ਹੈਗੀ ਹੈ ਉਹ ਹੋ ਗਈ। ਹਾਂ, ਉਹਦੇ ਨਾਲ ਇਹ ਗੱਲ ਜ਼ਰੂਰ ਹੈਗਾ ਕਿ ਆਪਣੀਆਂ ਕਮੀਆਂ ਇੰਨੀਆਂ ਜ਼ਿਆਦਾ ਰਹੀਆਂ, ਉਹ ਕਮੀਆਂ ਜਿਹੜੀਆਂ ਹੈਗੀਆਂ ਨੇ ਉਹ ਉਸਦੇ ਕਈ ਸਾਰੇ ਰੀਜ਼ਨਸ ਹੈਗੇ ਨੇ। ਇੱਕ, ਆਪਾਂ ਬਹੁਤੀ ਵਾਰੀ ਪੋਲਿਟਿਕਸ ਦੇ ਉੱਤੇ ਹੀ ਕੰਸੈਂਟਰੇਟ ਕਰਦੇ ਆ, ਲੇਕਿਨ ਕੱਲੀ ਪੋਲਿਟਿਕਸ, ਪੂਜਾ ਜੀ ਮੈਂ ਇਹ ਗੱਲ ਕਹਾਂਗਾ ਕਿ ਕੱਲੀ ਪੋਲਿਟਿਕਸ ਕਰਕੇ ਨਹੀਂ ਹੋਈਆਂ। ਜਿਹੜੇ ਖਾਸ ਕਰਕੇ ਗਵਰਨਮੈਂਟ ਮੁਲਾਜ਼ਮ ਸੀਗੇ, ਇਹਨਾਂ ਦੇ ਵਿੱਚ ਵੀ ਡਿਟੀਰੀਓਰੇਸ਼ਨ ਬਹੁਤ ਜ਼ਿਆਦਾ ਆਈ। ਉਹ ਖਾਸ ਕਰਕੇ ਉਦੋਂ ਜਿਹੜਾ 80-90 ਵਾਲਾ ਦੌਰ ਸੀਗਾ, ਉਸਨੇ ਡਿਸਟਰਬ ਕਰਤਾ ਸਿਸਟਮ ਨੂੰ ਸਾਰੇ ਨੂੰ। ਉਸ ਡਿਸਟਰਬੈਂਸ ਤੋਂ ਬਾਅਦ ਫਿਰ ਇਹ ਹੋਇਆ ਕਿ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਹੈਲਥ ਜਿਹੜੀ ਹੈਗੀ ਆ ਉਹ ਵੀ ਖਰਾਬ ਹੋਈ। ਉਸ ਫਾਈਨੈਂਸ਼ੀਅਲ ਹੈਲਥ ਨੇ ਜਿਹੜਾ ਪੰਜਾਬ ਸੀਗਾ, ਜਿਹੜਾ ਮੰਨਿਆ ਜਾਂਦਾ ਸੀਗਾ ਕਿ ਨੰਬਰ 1 ਸੂਬਾ ਹੈਗਾ, ਚਾਹੇ ਉਹ ਹੈਲਥ ਪੁਆਇੰਟ ਆਫ ਵਿਊ ਦੇ ਨਾਲ ਹੋਵੇ, ਚਾਹੇ ਉਹ ਸਿੱਧਰੀ ਦੇ ਪੁਆਇੰਟ ਆਫ ਵਿਊ ਦੇ ਨਾਲ ਹੋਵੇ, ਚਾਹੇ ਉਹ ਬਹਾਦਰੀ ਦੇ ਪੁਆਇੰਟ ਆਫ ਵਿਊ ਨਾਲ ਹੋਵੇ, ਚਾਹੇ ਸਪੋਰਟਸ ਦੇ ਪੁਆਇੰਟ ਆਫ ਵਿਊ ਨਾਲ ਹੋਵੇ, ਈਵਨ ਖੇਤੀ ਦੇ ਪੁਆਇੰਟ ਆਫ ਵਿਊ ਨਾਲ, ਜਿਵੇਂ ਤੁਸੀਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕੀਤੀ ਹੈ। ਲੇਕਿਨ ਇਹ ਸਾਰਾ ਸਿਸਟਮ ਨਾਲ ਡਿਸਟਰਬ ਹੁੰਦਾ ਗਿਆ। ਉਹਦੇ ਚ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਾਡੇ ਮੁਲਾਜ਼ਮਾਂ ਨੇ, ਮੈਂ ਵੀ 33 ਸਾਲ ਨੌਕਰੀ ਕੀਤੀ ਹੈ, ਮੈਂ ਵੀ ਵੇਚੀ ਆ, ਮੈਂ ਆਪਣੇ ਆਪ ਨੂੰ ਵੱਖਰਾ ਨਹੀਂ ਕਰਦਾ, ਅਸੀਂ ਵੀ ਕਾਫੀ ਵੱਡਾ ਹਿੱਸਾ ਪਾਇਆ ਕਿ ਉਹ ਜਿਹੜੀਆਂ ਸਿਸਟਮ ਸਾਰੇ ਨੂੰ ਡਿਸਟਰਬ ਕਰ ਦਿੱਤਾ। ਉਹ ਜਿਹੜਾ ਡਿਸਟਰਬਡ ਸਿਸਟਮ ਹੈਗਾ, ਉਹ ਅੱਜ ਦੀ ਡੇਟ ਤੱਕ ਤਾਂ ਕਾਬੂ ਆਇਆ ਨਹੀਂ। ਮੈਂ ਇਹ ਗੱਲ ਤੁਹਾਨੂੰ ਕਹਿ ਸਕਦਾ ਵੀ ਉਹ ਆਪਣੇ, ਜੇ ਕੋਈ ਪੋਲੀਟੀਕਲ ਵਿਲ ਬਹੁਤ ਜ਼ਿਆਦਾ ਸਟਰੋਂਗ ਹੋ ਜਾਵੇ, ਅੱਜ ਆਪਾਂ 2022 ਚ ਬੈਠੇ ਆ, 75 ਜਿਹੜੀ ਹੈਗੀ ਆ ਆਪਾਂ ਆਜ਼ਾਦੀ ਦਾ ਦਿਵਸ ਵੀ ਮਨਾ ਰਹੇ ਹਾਂ, ਲੇਕਿਨ ਅਗਰ ਸਾਡੀ ਪੋਲੀਟੀਕਲ ਵਿਲ ਬਹੁਤ ਜ਼ਿਆਦਾ ਸਟਰੋਂਗ ਹੋ ਜਾਵੇ, ਇਮਾਨਦਾਰ ਹੋ ਜਾਵੇ, ਤੇ ਫਿਰ ਤਾਂ ਸ਼ਾਇਦ ਅਸੀਂ ਇਹ ਸੋਚ ਸਕਦੇ ਹਾਂ ਕਿ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਚੰਗਾ ਹੋਏਗਾ। ਨਹੀਂ ਤਾਂ ਆਉਣ ਵਾਲਾ ਸਮਾਂ, ਅੱਜ ਜੋ ਹਾਲਾਤ ਬਣੇ ਹੋਏ ਆ, ਉਹ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਹੈਗੇ ਕਿ ਆਪਾਂ ਇੰਪਰੂਵਮੈਂਟ ਵਾਲੇ ਪਾਸੇ ਜਾ ਰਹੇ ਹਾਂ ਕਿ ਆਪਾਂ ਡਿਟੀਰੀਓਰੇਸ਼ਨ ਵਾਲੇ ਪਾਸੇ ਜਾ ਰਹੇ ਹਾਂ। ਸੋ ਇਹ ਅੱਜ ਤੱਕ ਆਪਾਂ ਸਮ ਅਪ ਕਰ ਸਕਦੇ ਹਾਂ। ਜ਼ਿੰਮੇਵਾਰੀ ਆਪਾਂ ਸਾਰਿਆਂ ਨੂੰ ਲੈਣੀ ਪਏਗੀ। ਕੱਲੀ ਪੋਲਿਟਿਕਸ ਨੂੰ ਆਪਾਂ ਗਾਲਾਂ ਕੱਢ ਕੇ ਤੇ ਉਹਨਾਂ ਤੇ ਇਲਜ਼ਾਮ ਲਾ ਕੇ ਤੇ ਆਪਾਂ ਪਿੱਛੇ ਨਹੀਂ ਹਟ ਸਕਦੇ, ਕਿਉਂਕਿ ਵੋਟਾਂ ਤਾਂ ਅਸੀਂ ਪਾਈਆਂ ਹੋਈਆਂ ਨੇ। ਬੇਸਿਕਲੀ ਜ਼ਿਆਦਾ ਇੰਪੋਰਟੈਂਟ ਪਾਰਟ ਸੀਗਾ ਜਿਹੜੇ ਇਹ ਆਪਣੇ ਮੁਲਾਜ਼ਮ ਸੀਗੇ ਵਿੱਚ, ਜਿਹੜੇ ਫਿਕਸਡ ਪੇ ਵੀ ਲੈਂਦੇ ਆ
ਔਰ ਜ਼ਿੰਮੇਵਾਰੀ ਵੀ ਲਗਾਤਾਰ ਉਹਨਾਂ ਦੀ ਬਣਦੀ ਹੈ। ਜਿਵੇਂ ਮੈਂ ਹੁਣ 33 ਸਾਲ ਨੌਕਰੀ ਕੀਤੀ ਹੈ, ਪੋਲੀਟੀਸ਼ੀਅਨ ਤਾਂ ਸਾਲ ਆਇਆ, 5 ਸਾਲ ਆਇਆ, 2 ਸਾਲ ਆਇਆ, ਜੋ ਵੀ ਤੁਹਾਡਾ ਟੈਨਰ ਹੋਇਆ ਉਹਨੇ ਤਾਂ ਉਸ ਤੋਂ ਬਾਅਦ ਚਲਾ ਗਿਆ ਉਹ ਤਾਂ। ਲੇਕਿਨ ਮੈਂ ਤਾਂ 33 ਸਾਲ ਨੌਕਰੀ ਕੀਤੀ ਹੈ ਨਾ, ਮੈਨੂੰ ਤਾਂ ਆਪਣੇ ਬਾਰੇ ਦੱਸਣਾ ਹੀ ਪਏਗਾ ਨਾ ਕਿ ਮੈਂ ਆਪਣੀ ਨੌਕਰੀ 'ਚ ਕੀ ਕੀਤਾ। ਮੇਰਾ ਆਪਣੇ ਆਪ ਨੂੰ ਕਹਿਣ ਦਾ ਮਤਲਬ ਹੈਗਾ ਕਿ ਆਪਾਂ ਗਵਰਨਮੈਂਟ ਮੁਲਾਜ਼ਮਾਂ ਨੂੰ ਦੱਸਣਾ ਪਏਗਾ ਕਿ ਅਸੀਂ ਕੀਤਾ ਕੀ, ਅਸੀਂ ਆਪਣੇ ਡਿਪਾਰਟਮੈਂਟ ਨੂੰ ਕਿੰਨਾ ਇੰਪਰੂਵ ਕੀਤਾ। ਤੁਸੀਂ ਦੇਖੋ ਟ੍ਰੇਡ ਯੂਨੀਅਨ ਹੈ, ਵੈਰੀ ਸੌਰੀ, ਮੈਂ ਆਪ ਯੂਨੀਅਨ ਜਿਹੜਾ ਹੈਗਾ ਲੀਡਰ ਰਿਹਾ, ਪੰਜਾਬ ਦਾ ਚੀਫ ਜਿਹੜਾ ਐਡਵਾਈਜ਼ਰ ਸੀਗਾ ਸਾਡੀ ਜਿਹੜੀ PCM ਐਸੋਸੀਏਸ਼ਨ, ਜਦੋਂ ਮੈਂ ਰਿਟਾਇਰ ਹੋਇਆ। ਲੇਕਿਨ ਆਪਾਂ ਕਦੀ ਡਿਪਾਰਟਮੈਂਟ ਦੀ ਇੰਪਰੂਵਮੈਂਟ ਦੀ ਗੱਲ ਹੀ ਨਹੀਂ ਕੀਤੀ। ਆਪਾਂ ਆਪਣੇ TADA ਦੀਆਂ ਹੀ ਗੱਲਾਂ ਕਰਦੇ ਰਹੇ। ਉਹ TADA ਵੀ ਜਿਹੜਾ ਫਿਰ ਉੱਪਰ ਵਾਲਾ, ਤੁਸੀਂ ਦੇਖਿਆ ਅੱਜ ਕਿੰਨੀ ਇੰਬੈਲੈਂਸ ਕ੍ਰੀਏਟ ਹੋਇਆ ਹੈ। ਜਿਹੜਾ ਥੱਲੇ ਵਾਲਾ ਕਲਾਸ 4 ਬੰਦਾ ਹੈਗਾ ਉਹ ਕਿੰਨੀ ਘੱਟ ਤਨਖਾਹ ਤੇ, ਜਾਂ ਜਿਹੜੇ ਕੰਟਰੈਕਟ ਵਾਲੇ EMPLOYEES ਬੈਠੇ ਕਿੰਨੀ ਘੱਟ ਤਨਖਾਹ ਦੇ ਉੱਤੇ ਬੈਠੇ ਹੋਏ ਨੇ। ਅੱਜ ਆਪਾਂ ਨਾਰੇ ਤਾਂ ਲਾਤੇ ਕਿ ਬੇਟੀ ਬਚਾਓ ਬੇਟੀ ਪੜਾਓ, ਲੇਕਿਨ ਉਹਨਾਂ ਨੂੰ ਨੌਕਰੀ ਤਾਂ 5,000 10,000 ਦੀ ਦਿੱਤੀ। ਬੇਟੀਆਂ ਜਿਹੜੀਆਂ ਹੈਗੀਆਂ ਨੇ ਸਾਡੀਆਂ, ਕਦੀ ਤੁਸੀਂ ਟੈਂਕੀ ਉੱਤੇ ਚੜ੍ਹਦੀਆਂ ਲੜਕੀਆਂ ਦੇਖੀਆਂ ਸੀ? ਆ ਤੁਸੀਂ ਦੇਖੀਆਂ ਨੇ, ਹੁਣ ਸਾਰਿਆਂ ਨੇ ਦੇਖੀਆਂ ਹੋਣੀਆਂ ਨੇ। ਸੜਕਾਂ ਦੇ ਕਿਨਾਰੇ ਨਾਰੇ ਲਾਉਂਦੀਆਂ, ਪੁਲਿਸ ਕੋਲ ਕੁੱਟ ਖਾਂਦੀਆਂ। ਮੈਂ ਤਾਂ ਕਦੀ ਲੜਕੀਆਂ ਜਾਂ ਆਪਣੀਆਂ ਜਿਹੜੇ ਫੀਮੇਲ ਡਿਪਾਰਟਮੈਂਟ ਵਾਲਾ ਹੁੰਦਾ ਸੀਗਾ ਉਹ ਇਸ ਕੰਮ ਵਿੱਚ ਨਹੀਂ, ਚਲੋ ਬੰਦੇ ਤਾਂ ਜਾਂਦੇ ਸੀਗੇ, ਉਹਨਾਂ ਦੇ ਨਾਲ ਪਹਿਲਾਂ ਵੀ ਵਧੀਕੀਆਂ ਹੁੰਦੀਆਂ ਸੀ। ਲੇਕਿਨ ਉਹਦਾ ਕਾਰਨ ਕੀ ਹੋਇਆ ਕਿ ਤੁਸੀਂ ਕੁੜੀਆਂ ਨੂੰ ਸਾਹਮਣੇ ਤਾਂ ਲੈ ਆਏ, ਪੜ੍ਹਾ ਵੀ ਲਿਆ, ਫਿਰ ਤੁਸੀਂ ਉਹਨਾਂ ਨੂੰ ਸੜਕਾਂ ਤੇ ਰੋਲ ਰਹੇ ਹੋ। ਫਿਰ ਕਿਹੜੀ ਆਜ਼ਾਦੀ ਦੀ ਆਪਾਂ ਗੱਲ ਕਰਦੇ? ਇਹ ਕੁਝ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਸੋਚਣੀਆਂ ਪੈਣਗੀਆਂ। ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਕੁਰਸੀ ਨਿਸ਼ਾਨ ਜਿਹੜਾ ਹੈਗਾ ਕਿ ਤੁਹਾਨੂੰ ਅਲਾਉ ਕੀਤਾ ਜਾਂਦਾ ਸੀਗਾ ਕਿ ਤੁਸੀਂ ਕੁਰਸੀ ਤਾਂ ਬੈਠੋਗੇ ਜੇ ਤੁਹਾਡੇ ਕੋਲ ਸਰਟੀਫਿਕੇਟ ਆ ਤਾਂ। ਲੇਕਿਨ ਅੱਜ ਦੇ ਇਹ ਜਿਹੜੇ ਉਹ ਤਾਂ ਚਿੱਟੇ ਅੰਗਰੇਜ਼ ਸੀਗੇ, ਅੱਜ ਦੀ ਡੇਟ ਜਿਹੜੇ ਕਾਲੇ ਅੰਗਰੇਜ਼ ਹੈਗੇ ਨੇ, ਇਹ ਤੁਹਾਨੂੰ ਆਪਣੇ ਦਫ਼ਤਰ 'ਚ ਕਿਹੜੇ ਵੜਨ ਦਿੰਦੇ ਨੇ? ਜਿਹੜਾ ਬਿਊਰੋਕਰੈਟ ਹੈਗਾ ਜਿਹੜਾ ਤੁਹਾਨੂੰ ਆਪਣੇ ਦਫ਼ਤਰ ਦੇ ਵਿੱਚ ਵੜਨ ਦਿੰਦਾ, ਚਾਹੇ ਤੁਸੀਂ DC ਦਫ਼ਤਰ ਚਲੇ ਜਾਓ, ਚਾਹੇ ਤੁਸੀਂ SDM ਦਫ਼ਤਰ ਚਲੇ ਜਾਓ, ਤੁਸੀਂ ਤਹਿਸੀਲਦਾਰ ਕੋਲ ਚਲੇ ਜਾਓ, ਇੱਥੇ ਸੈਕਟਰੀ ਆਫਿਸ ਚਲੇ ਜਾਓ, ਬਾਹਰ ਬੈਠਣਾ ਪੈਂਦਾ ਤੁਹਾਨੂੰ ਜਿਹੜਾ ਹੈਗਾ ਉੱਥੇ। ਸੋ ਉਹ ਜਿਹੜੇ ਕਾਲੇ ਅੰਗਰੇਜ਼ ਗਏ ਸੀਗੇ ਉਹਦੀ ਜਗ੍ਹਾ ਚਿੱਟੇ ਅੰਗਰੇਜ਼ ਗਏ ਸੀ, ਉਹਦੀ ਜਗ੍ਹਾ ਤੇ ਇਹ ਬਰਾਊਨ ਤੇ ਕਾਲੇ ਅੰਗਰੇਜ਼ ਜਿਨ੍ਹਾਂ ਨੂੰ ਆਪਾਂ ਵਰਡ ਯੂਜ਼ ਕਰਦੇ ਆ। ਔਰ ਇਹਨਾਂ ਨੇ ਪੂਜਾ ਜੀ ਕੀ ਕੀਤਾ ਕਿ ਇਹਨਾਂ ਨੇ ਇਹ ਜਿਹੜੇ ਲੋਕਤੰਤਰ ਸੀਗਾ, ਜਦੋਂ ਆਪਾਂ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਕਹਿੰਦੇ ਸੀਗੇ, ਉਸ ਨੂੰ ਨਿੱਜੀ ਤੰਤਰ ਬਣਾ ਲਿਆ ਇਹਨਾਂ ਨੇ। ਅੱਜ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਇਸ ਤਰ੍ਹਾਂ ਬਿਹੇਵ ਕਰਦੇ ਨੇ ਕਿ ਜਿਵੇਂ ਇਹ ਸਾਰੇ ਦਾ ਸਾਰਾ ਜਿਹੜਾ ਜਿਵੇਂ ਰਾਜਾਸ਼ਾਹੀ ਹੁੰਦੀ ਸੀ ਨਾ। ਅੱਜ ਤੁਸੀਂ ਦੇਖਿਆ ਕਿ ਇੱਕ ਪੋਲੀਟੀਸ਼ੀਅਨ ਜਿਹੜਾ ਹੈਗਾ ਜੇ ਉਹ ਮੰਤਰੀ ਹੋਵੇ ਤਾਂ ਉਹਦੇ ਘਰ ਦੇ ਸਾਰੇ ਹੀ ਜੀ ਮੰਤਰੀ ਹੁੰਦੇ। ਬਿਲਕੁਲ। ਔਰ ਥੱਲੇ ਤੱਕ ਉਹ ਇਸ ਤਰ੍ਹਾਂ ਦਫ਼ਤਰਾਂ ਦੇ ਵਿੱਚ ਜਾ ਕੇ ਬਿਹੇਵ ਕਰਦੇ ਆ ਕਿ ਜਿਵੇਂ ਲੋਕਤੰਤਰ ਨਹੀਂ, ਉਹਨਾਂ ਦਾ ਨਿੱਜੀ ਰਾਜ ਹੈ। ਔਰ ਆਫੀਸਰਸ ਨੂੰ ਕਹਿੰਦੇ ਆ ਤੂੰ ਕੁਰਸੀ ਤੋਂ ਖੜਾ ਹੋ ਜਾ। ਇਹ ਹਾਲਾਤ ਨੇ ਅੱਜ ਦੀ ਡੇਟ ਦੇ ਵਿੱਚ ਜੋ ਬਣੇ ਹੋਏ ਹਨ। ਅੰਦਰ ਤੁਸੀਂ ਵੜਨ ਨਹੀਂ ਦੇਣਾ, ਜਿਹਦੇ ਦਫ਼ਤਰ ਤੁਸੀਂ ਜਾਣਾ। ਔਰ ਤੁਸੀਂ ਦੇਖੋ ਡੈਮੋਕ੍ਰੇਸੀ ਕਾਹਦੀ ਹੈ। ਮੈਂ ਸਪੋਜ਼ ਮੈਂ ਆਫੀਸਰ ਹੋਵਾਂ ਜਾਂ ਮੈਂ ਨਾ ਵੀ ਆਫੀਸਰ ਹੋਵਾਂ, ਕੋਈ ਵੀ ਇੰਪਲਾਈ ਹੋਵਾਂ, ਮੈਂ ਕਲਾਸ 3 ਇੰਪਲਾਈ ਹੋਵਾਂ, ਕਲਾਸ 4, ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਨਾ। ਉਹ ਜ਼ਿੰਮੇਵਾਰੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਉਸ ਕੁਰਸੀ ਦੇ ਉੱਤੇ ਆ ਕੇ ਤੁਸੀਂ ਧੱਕੇ ਨਾਲ ਬੈਠੋ। ਆ ਪੋਲੀਟੀਸ਼ੀਅਨਸ ਵੀ ਕਰਦੇ ਆ ਵਿੱਚ ਜਿਹੜੇ ਹੈਗੇ, ਈਵਨ ਆਪਣੇ ਸੀਨੀਅਰ ਆਫੀਸਰ ਵੀ ਕਰਦੇ ਆ। ਨੀਚੇ ਵਾਲਾ ਜਿਹੜਾ ਆਫੀਸਰ ਹੁੰਦਾ, ਸਬਆਰਡੀਨੇਟ ਹੁੰਦਾ ਉਹਨੂੰ ਤਾਂ ਇਸ ਤਰ੍ਹਾਂ ਸਮਝਦੇ ਆ ਕਿ ਜਿਵੇਂ ਮੈਂ ਇਹਦੇ ਉੱਤੇ ਰਾਜ ਕਰ ਰਿਹਾ, ਜਦੋਂ ਕਿ ਆਪਾਂ ਰਾਜ ਨਹੀਂ ਸੀ ਕਰਨਾ ਲੋਕਤੰਤਰ ਦੇ ਵਿੱਚ। ਆਪਾਂ ਤਾਂ ਲੋਕਾਂ ਦੀ ਗੱਲ ਲੋਕਾਂ ਤੱਕ ਲੈ ਕੇ ਜਾਣੀ ਸੀ ਸੌਖੇ ਤਰੀਕੇ ਦੇ ਨਾਲ। ਜਿੰਨਾ ਸੌਖਾ ਤਰੀਕਾ ਸੀਗਾ ਤਾਂ ਸੌਖਾ ਤਰੀਕਾ ਤਾਂ ਆਪਣਾ ਰਹਿ ਨਹੀਂ ਦਿੱਤਾ ਕਿਤੇ। ਤੁਸੀਂ ਦੇਖੋ ਦਲੇਰ ਜੀ, ਮੈਨੂੰ ਲੱਗਦਾ ਕਿ ਉਹ ਫਰਕ ਹਾਲੇ ਤੱਕ ਗਿਆ ਨਹੀਂ ਹੈ। ਮੇਰਾ ਇੱਕ ਸਵਾਲ ਹੋਰ ਵੀ ਹੈ, ਅਸੀਂ ਜਿਹੜੇ ਡਾਕਟਰਸ ਹੈ ਉਹਨਾਂ ਨੂੰ ਰੱਬ ਦਾ ਰੂਪ ਕਹਿੰਦੇ ਆ, ਲੇਕਿਨ ਪੰਜਾਬ ਦੇ ਵਿੱਚ ਇੱਕ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਜਿਹੜੀ ਕੰਟਰੋਵਰਸੀ ਹੋਈ ਜਿੱਥੇ VC ਨੇ ਅਸਤੀਫਾ ਦਿੱਤਾ, ਇਸ ਤੋਂ ਬਾਅਦ ਇੱਕ ਡੇਟਾ ਸਾਹਮਣੇ ਆਇਆ ਹੈ ਕਿ ਕਾਫੀ ਅਜਿਹੇ ਡਾਕਟਰਸ ਨੇ ਜਿਹੜੇ ਕਿ ਆਪਣਾ ਰਿਜ਼ਾਈਨ ਕਰ ਚੁੱਕੇ, ਯਾਨੀ ਕਿ ਪੰਜਾਬ ਦੇ ਕੋਲ ਇਸ ਵੇਲੇ ਜੇਕਰ ਗੱਲ ਕੀਤੀ ਜਾਏ ਤੇ ਡਾਕਟਰਸ ਨਹੀਂ ਹੈ ਸਰਕਾਰੀ। ਦੂਜੇ ਪਾਸੇ ਪ੍ਰਾਈਵੇਟ ਹਸਪੀਟਲਸ ਲਗਾਤਾਰ ਖੁੱਲਦੇ ਜਾ ਰਹੇ ਹੈ, ਉੱਥੇ ਵੀ ਉਹੀ ਸੁਵਿਧਾਵਾਂ ਹੁੰਦੀਆਂ ਨੇ ਤੇ ਉਹੀ ਸਰਕਾਰੀ ਦੇ ਵਿੱਚ ਹੁੰਦੀ ਹੈ। ਇਹ ਕੰਪੈਰੀਜ਼ਨ ਹਮੇਸ਼ਾ ਹੁੰਦਾ ਹੈ ਕਿ ਸਾਨੂੰ ਬੈਟਰ ਫੈਸਿਲਿਟੀਜ਼ ਉੱਥੇ ਕਿਉਂ ਮਿਲਦੀ ਜਿੱਥੇ ਜ਼ਿਆਦਾ ਪੈਸੇ ਦੇਣੇ ਪੈਂਦੇ ਆ। ਇਸ ਤਰ੍ਹਾਂ ਪੂਜਾ ਜੀ ਆਪਾਂ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕਿ ਜਿੱਥੇ ਜ਼ਿਆਦਾ ਪੈਸੇ ਦੇਣਗੇ ਆਪਾਂ ਉੱਥੇ ਜ਼ਿਆਦਾ ਵਧੀਆ ਆਪਾਂ ਨੂੰ ਸੇਵਾ ਮਿਲੇਗੀ। ਮੈਂ ਇੱਕ ਵਰਡ ਯੂਜ਼ ਕਰਦਾ ਹੁੰਦਾ ਕਿ ਇਹ ਜਿਹੜੀਆਂ ਸਾਡੀਆਂ ਪ੍ਰਾਈਵੇਟ ਹਸਪੀਟਲਸ ਨੇ ਜਿਹੜੇ, ਇਹ ਬੇਸਿਕਲੀ ਉੱਥੇ ਕਾਸਮੈਟਿਕ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹ ਜ਼ਿਆਦਾ ਨੇ। ਤੁਸੀਂ ਦੇਖਿਆ ਹੋਣਾ ਕਿ ਤੁਹਾਨੂੰ ਬਾਹਰ ਫੁੱਲ ਬੂਟੇ ਲੱਗੇ ਦਿਖਾਈ ਦੇਣਗੇ, ਕੁਰਸੀ ਵੀ ਮਿਲ ਜੂਗੀ, ਤੁਹਾਡੇ AC ਵੀ ਲੱਗੇ ਮਿਲ ਜਾਣਗੇ। ਗਵਰਨਮੈਂਟ ਵਾਲੇ ਹਸਪੀਟਲਸ ਦੇ ਵਿੱਚ, ਆਮ ਜਿਹੜੇ ਹਸਪੀਟਲਸ ਹੈਗੇ ਨੇ ਉਹਦੇ ਵਿੱਚ ਉਹ ਵਾਲੀਆਂ ਸਰਵਿਸਿਜ਼ ਜਿਹੜੀਆਂ ਨੇ, ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ ਰਾਦਰ, ਉਹ ਕੰਪੈਰੇਟਿਵਲੀ ਬਹੁਤ ਘੱਟ ਨੇ। ਲੇਕਿਨ ਉਹ ਘੱਟ ਜਿਹੜੀਆਂ ਹੈਗੀਆਂ ਨੇ ਕਿਉਂ ਨੇ? ਸਵਾਲ ਇਹ ਹੈਗਾ ਕਿ ਉਹਨਾਂ ਦੇ ਮੁਕਾਬਲੇ 'ਚ ਕਿਉਂ ਘੱਟ ਨੇ। ਜਦੋਂ ਮੈਂ ਇੱਕ ਦਿਨ ਪਹਿਲਾਂ ਇੱਕ ਡਿਸਕਸ਼ਨ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਸਾਡੇ ਨਾਲ ਹੀ ਹਰਿਆਣਾ ਹੈਗਾ, ਤੁਸੀਂ ਕਦੀ ਪੰਚਕੂਲੇ ਵਾਲਾ ਹਸਪੀਟਲ ਜਾ ਕੇ ਦੇਖ ਲਿਓ, ਤੁਸੀਂ ਅੰਬਾਲਾ ਕੈਂਟ ਵਾਲਾ ਹਸਪੀਟਲ ਜਾ ਕੇ, ਗਵਰਨਮੈਂਟ ਹਸਪੀਟਲ ਜਾ ਕੇ ਦੇਖ ਲਿਓ, ਤੁਸੀਂ ਉਸ ਨੂੰ 14th IV ਦੇ ਨਾਲ ਕੰਪੇਅਰ ਕਰੋਗੇ ਵਿੱਚ।
ਜਦੋਂ ਕਿ ਬਿਲਕੁਲ। ਸਾਡਾ ਜਿਹੜਾ ਹੈਗਾ ਉਹਦੇ 'ਚ ਇਹ ਹੈਗਾ ਕਿ ਰੋਜ਼ ਹੀ ਉਹ ਹੁੰਦਾ ਜੀ, ਐਂਬੂਲੈਂਸ ਦੇ ਉੱਤੇ ਤੁਹਾਡੀ ਜਿਹੜੀਆਂ ਹੈਗੀਆਂ ਨੇ ਦਵਾਈਆਂ ਚੱਕੀਆਂ ਜਾ ਰਹੀਆਂ ਨੇ ਜੀ, ਉੱਪਰੋਂ ਪਾਣੀ ਗਿਰ ਰਿਹਾ ਜੀ, ਕੁਰਸੀ ਬਾਹਰ ਨਹੀਂ ਹੈ ਜੀ, ਤੁਹਾਡੇ ਜਿਹੜਾ ਹੂੰ ਹੈਗਾ ਡਿਲੀਵਰੀ ਜਿਹੜੀ ਹੈਗੀ ਆ ਰੋਡ ਤੇ ਹੋਈ ਹੈ। ਇਹ ਕੌਣ ਜ਼ਿੰਮੇਵਾਰ ਹੈ? ਸਵਾਲ ਇਹ ਜ਼ਿੰਮੇਵਾਰੀ ਫਿਕਸ ਕਰਨ ਦਾ ਹੈ। ਮੈਂ ਹੂੰ ਹਮੇਸ਼ਾ ਇੱਕ ਵਰਡ ਯੂਜ਼ ਕਰਦਾ ਨਾ ਕਿ ਜਿੰਨੀ ਦੇਰ ਤੱਕ ਸਜ਼ਾ ਨਹੀਂ ਉਨੀ ਦੇਰ ਤੱਕ ਭਲਾਈ ਨਹੀਂ। ਬਿਲਕੁਲ। ਆਪਾਂ ਲੋਕਾਂ ਨੇ ਸਜ਼ਾ ਦੇਣੀ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਹੋਈ ਹੈ। ਜਦੋਂ ਹੂੰ ਕਿ ਫਿਰ ਜਦੋਂ ਕਿਤੇ 47 ਤੋਂ ਪਹਿਲਾਂ ਦੀ ਗੱਲ ਹੁੰਦੀ ਹੈ ਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਕਦੀ ਜਸਟਿਸ ਮਿਲ ਜਾਂਦਾ ਸੀਗਾ। ਉਹ ਜਸਟਿਸ ਤਾਂ ਹੁਣ ਤੁਹਾਡਾ ਮਿਲਦਾ ਹੀ ਨਹੀਂ ਹੈ ਵਿੱਚ। ਸਭ ਤੋਂ ਪਹਿਲੇ ਜਸਟਿਸ ਦੀ ਪਹਿਲੀ ਪੌੜੀ ਜਿਹੜੀ ਹੈਗੀ ਆ ਉਹ ਤੁਹਾਡਾ ਪੁਲਿਸ ਸਟੇਸ਼ਨ ਹੈ। ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪੁਲਿਸ ਸਟੇਸ਼ਨ ਦੇ ਅੰਦਰ ਹੀ ਵੜਨ ਨੂੰ ਤਿਆਰ ਨਹੀਂ, ਕਿਉਂਕਿ ਜਿਹੜਾ ਉੱਥੇ ਲੈਂਗੁਏਜ ਹੀ ਇਸ ਤਰ੍ਹਾਂ ਦੀ ਯੂਜ਼ ਹੁੰਦੀ ਹੈ, ਬਿਹੇਵੀਅਰ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀਂ ਉੱਥੇ ਜਾਣ ਨੂੰ ਤਿਆਰ ਨਹੀਂ। ਦੂਸਰਾ ਉਹਦੇ 'ਚ ਹੁੰਦਾ ਹੈ ਕਿ ਸਕੂਲ ਹੋ ਗਏ, ਜਿੱਥੋਂ ਆਪਾਂ ਕੁਝ ਸਿੱਖਿਆ ਲੈਣੀ ਹੈ, ਤੇ ਸਕੂਲਾਂ ਦੀ ਜਿੰਨੀ ਮਾੜੀ ਹਾਲਤ ਹੁੰਦੀ ਘੜੀ ਹੋਈ ਪਈ ਹੈ ਇਸ ਵਕਤ ਜਿਹੜੀ ਹੈਗੀ ਆ, ਟੁੱਟੀਆਂ ਬਿਲਡਿੰਗਸ ਨੇ, ਸਟਾਫ ਤੁਹਾਡੇ ਕੋਲ ਪੂਰਾ ਨਹੀਂ ਹੈਗਾ, ਟੀਚਰਸ ਜਿਹੜੇ ਹੈਗੇ ਨੇ ਉਹ ਤਨਖਾਹ ਨਾ ਮਿਲਣ ਕਰਕੇ ਜਿਹੜੇ ਹੈਗੇ ਨੇ ਉਹ ਟੈਂਕੀਆਂ ਤੇ ਚੜੇ ਫਿਰਦੇ ਆ। ਫਿਰ ਤੀਸਰੀ ਗੱਲ ਹੁੰਦੀ ਹੈ ਕਿ ਹੈਲਥ ਡਿਪਾਰਟਮੈਂਟ ਹੈਗਾ, ਜਿਹਨੇ ਸਿਹਤ ਬਾਰੇ ਥੋੜੀ ਗੱਲ ਕਰਨੀ ਹੁੰਦੀ ਹੈ। ਸਿਹਤ ਵਾਲਾ ਜਿਹੜਾ ਹੈਗਾ ਤੁਹਾਡਾ ਸਾਡਾ ਸਾਰਾ ਹੀ ਸਟਾਫ ਜਿਹੜਾ ਹੈਗਾ, ਜਿਹਦੇ 'ਚ 60-70% ਸਾਡਾ ਫੀਮੇਲ ਸਟਾਫ ਹੈ। ਔਰ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਲਾਉਂਦੇ ਆ। ਕੁੜੀਆਂ ਬੇਟੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ, ਕੋਵਿਡ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਕ੍ਰਿਮੀਨਲ ਗਰਾਊਂਡ ਦੇ ਵਿੱਚ ਜਾ ਕੇ ਬੈਠੋ। ਦੱਸੋ, ਤੁਹਾਨੂੰ ਵੀ ਪਤਾ ਹੈ ਪੂਜਾ ਜੀ ਇਸ ਗੱਲ ਵਾਸਤੇ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਅੱਜ ਕੱਲ ਤਾਂ ਲੇਡੀਜ਼ ਕ੍ਰਿਮੀਨਲ ਗਰਾਊਂਡ ਤੱਕ ਜਾਣ ਲੱਗੀਆਂ, ਨਹੀਂ ਤਾਂ ਪਹਿਲਾਂ ਤਾਂ ਲੇਡੀਜ਼ ਕ੍ਰਿਮੀਨਲ ਗਰਾਊਂਡ ਤੱਕ ਜਾਂਦੀਆਂ ਨਹੀਂ ਸੀ ਹੁੰਦੀਆਂ। ਔਰ ਕੋਵਿਡ ਦੇ ਦੌਰਾਨ ਉਹਨਾਂ ਨੂੰ ਕਹਿੰਦੇ ਸੀ ਤੁਹਾਨੂੰ ਤਨਖਾਹ ਤਾਂ ਮਿਲਣੀਆਂ ਜਿਹੜੀਆਂ ਸਾਡੀਆਂ ਆਸ਼ਾ ਸੀਗੀਆਂ, ਮਲਟੀਪਰਪਜ਼ ਹੈਲਥ ਵਰਕਰ, ਮੇਲ ਫੀਮੇਲ, ਉਹਨਾਂ ਦੀਆਂ ਡਿਊਟੀਆਂ ਕ੍ਰਿਮੀਨਲ ਗਰਾਊਂਡ ਦੇ ਵਿੱਚ ਲਾਈਆਂ। ਫਿਰ ਨੈਕਸਟ ਜਿਹੜਾ ਹੈਗਾ ਸਾਡਾ ਜਿਹੜਾ ਸਾਰਾ ਸਿਸਟਮ, ਜਿੱਥੋਂ ਅਸੀਂ ਕਮਾਉਣਾ ਤੇ ਖਾਣਾ, ਉਹ ਸਾਡੀ ਖੇਤੀ ਹੈ। ਤੇ ਤੁਸੀਂ ਦੇਖੋ ਕਿਸਾਨ ਸਾਡੇ ਕਿੱਥੇ ਬੈਠੇ ਆ। ਇੱਕ ਸਾਲ ਤਾਂ ਉਹ ਜਿਹੜੇ ਹੈਗੇ ਨੇ ਉਹ ਸੜਕਾਂ ਕਿਨਾਰੇ ਜਿਹੜੇ ਹੈਗਾ ਮੀਂਹ 'ਚ, ਹਨੇਰੀ 'ਚ, ਬੱਦਲ 'ਚ, ਮੈਂ ਆਪ ਉੱਥੇ ਇੱਕ ਸਾਲ ਜਿਹੜਾ ਹੈਗਾ ਉਹ ਲਾਇਆ। ਉੱਥੇ ਮੈਡੀਕਲ ਕੈਂਪ ਜਿਹੜਾ ਹੈਗਾ ਦਿੱਲੀ ਦੇ ਰੂਹਾਂ ਦੇ ਉੱਤੇ ਸੜਕਾਂ ਤੇ ਬੈਠੇ ਹੋਏ, ਬਿਜਲੀ ਤੋਂ, ਪਾਣੀ ਤੋਂ, ਪੱਖੇ ਤੋਂ, ਏਸੀ ਤੋਂ, ਖਾਣ ਤੋਂ, ਪਾਉਣ ਤੋਂ, ਦਵਾਈ ਤੋਂ ਬਗੈਰ ਬੈਠੇ ਉੱਥੇ ਜਿਹੜੇ ਹੈਗੇ। ਤਾਂ ਮੇਰਾ ਕਹਿਣ ਦਾ ਮਤਲਬ ਫਿਰ ਆਜ਼ਾਦੀ ਕਿੱਥੇ ਹੈ? ਕਿ ਇਸ ਆਜ਼ਾਦੀ ਦੀ ਆਪਾਂ ਜੇ ਅੱਜ ਆਪਾਂ ਗੱਲ ਤਾਂ ਕਰਦੇ ਆ, ਨਾਰੇ ਵੀ ਲਾਉਂਦੇ ਆ ਉੱਚੀ ਉੱਚੀ, ਚਲੋ ਮੈਂ ਤਾਂ ਕਹਿੰਦਾ ਵੀ ਆਜ਼ਾਦੀ ਨੂੰ ਮਨਾਉਣਾ ਚਾਹੀਦਾ, ਮੈਂ ਇਸ ਗੱਲ ਦੇ ਹੱਕ 'ਚ ਨਹੀਂ ਕਿ ਆਜ਼ਾਦੀ ਨੂੰ ਨਹੀਂ ਮਨਾਉਣਾ ਚਾਹੀਦਾ, ਲੇਕਿਨ ਉਸ ਆਜ਼ਾਦੀ ਨੇ ਗਰਾਊਂਡ ਤੇ ਕੀ ਲੈ ਕੇ ਆਉਂਦਾ, ਕੌਣ ਜ਼ਿੰਮੇਵਾਰ ਹੈ ਉਸ ਗੱਲ ਵਾਸਤੇ? ਤੁਸੀਂ ਹੁਣ ਪ੍ਰਾਈਵੇਟ ਹਸਪੀਟਲ ਤੇ ਗਵਰਨਮੈਂਟ ਹਸਪੀਟਲਸ ਦੀ ਗੱਲ ਕੀਤੀ ਹੈ, ਮੈਂ ਤੁਹਾਡੀ ਗੱਲ ਦੇ ਨਾਲ ਮੇਰੀ ਸਹਿਮਤੀ ਹੈ ਇਸ ਗੱਲ ਵਾਸਤੇ ਕਿ ਪ੍ਰਾਈਵੇਟ ਵਾਲੇ ਜਿਹੜੇ ਹੈਗੇ ਆ ਉਹ ਕਾਸਮੈਟਿਕ ਸਰਵਿਸਿਜ਼ ਜ਼ਿਆਦਾ ਦਿੰਦੇ ਨੇ। ਜਿਵੇਂ ਆਪਾਂ ਵਰਡ ਯੂਜ਼ ਕਰਦੇ ਹਾਂ ਕਿ ਜਿਹੜੇ ਗਵਰਨਮੈਂਟ ਸਕੂਲ ਨੇ ਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਮੈਂ ਟਾਈ ਵਾਲੇ ਸਕੂਲ ਹੀ ਕਹਿੰਦਾ ਹੁਣ, ਜਿਹੜੇ ਪ੍ਰਾਈਵੇਟ ਵਾਲੇ ਸਕੂਲ ਨੇ। ਨਹੀਂ ਤਾਂ ਤੁਹਾਡੇ ਕੁਆਲੀਫਾਈਡ ਡਾਕਟਰ ਜਿਹੜੇ ਹੈਗੇ ਆ ਬੰਦੇ, ਉਹ ਤਾਂ ਜਿਹੜੇ ਹੈਗੇ ਨੇ ਗਵਰਨਮੈਂਟ ਸਕੂਲ 'ਚ ਬੈਠੇ ਆ। ਇਸੇ ਤਰ੍ਹਾਂ ਮੈਨੂੰ ਲਾਸਟ ਇੱਕ ਵੀ ਕਿਸੇ ਆਪਣੇ ਮੀਡੀਆ ਫਰੈਂਡਸ ਨੇ ਇਸੇ ਡਿਸਕਸ਼ਨ ਦੇ ਵਿੱਚ ਸਵਾਲ ਪੁੱਛਿਆ ਸੀਗਾ ਕਿ ਡਾਕਟਰ ਸਾਹਿਬ ਇਹ ਪ੍ਰਾਈਵੇਟ ਹਸਪੀਟਲ, ਤੇ ਮੈਂ ਕਿਹਾ ਯਾਰ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਮੈਂ ਹੁਣ ਇਸ ਵਕਤ ਮੋਹਾਲੀ ਬੈਠਾ ਆ, ਮੈਨੂੰ ਨਹੀਂ ਪਤਾ ਤੁਹਾਡਾ ਸਟੂਡੀਓ ਵੀ ਸ਼ਾਇਦ ਮੋਹਾਲੀ ਚੰਡੀਗੜ੍ਹ ਦੇ ਵਿੱਚ ਹੀ ਹੈ ਇਸ ਵਕਤ, ਕਿ ਜੇ ਕੋਈ ਬੰਦਾ ਬਹੁਤਾ ਜ਼ਿਆਦਾ ਬਿਮਾਰ ਹੋਵੇ ਤੇ ਉਹ ਤਾਂ ਫਿਰ ਪੀਜੀਆਈ ਨਹੀਂ ਜਾਂਦਾ, ਤੇ ਪੀਜੀਆਈ ਤੇ ਗਵਰਨਮੈਂਟ ਹਸਪੀਟਲ ਹੀ ਹੈ। ਜੇ ਇਸ ਦਾ ਮਤਲਬ ਹੈਗਾ ਕਿ ਸਰਵਿਸਿਜ਼ ਤੁਹਾਡੇ ਕੋਲ ਗਵਰਨਮੈਂਟ ਵਿੱਚ ਅੱਛੀਆਂ ਹੈਗੀਆਂ ਨੇ, ਲੇਕਿਨ ਉਸ ਸਰਵਿਸਿਜ਼ ਨੂੰ ਸਹੀ ਢੰਗ ਦੇ ਨਾਲ ਜਿਹੜੀਆਂ ਹੈਗੀਆਂ ਨੇ ਆਪਾਂ ਨਹੀਂ ਦੇ ਪਾਏ, ਜਾਂ ਜਿੱਥੇ ਰਿਕੁਆਇਰਡ ਹੈਗੀਆਂ ਨੇ ਉੱਥੇ ਨਹੀਂ ਦੇ ਪਾਏ। ਹੈਫਾਜ਼ਾਰਡ ਜਿਹੜਾ ਹੈਗਾ, ਮੈਂ ਹੈਲਥ ਸਰਵਿਸਿਜ਼ ਬਾਰੇ ਬਹੁਤਾ ਜ਼ਿਆਦਾ ਜਾਣਦਾ ਹੋਏ ਪੂਜਾ ਜੀ ਤੁਹਾਡੀ ਨੌਲੇਜ ਦੱਸੂਗਾ ਕਿ ਕੋਈ ਜਿਹੜਾ ਗਵਰਨਮੈਂਟ ਆਫੀਸਰ ਜਾਂ ਕੋਈ ਮਿਨਿਸਟਰ ਹੋਵੇ ਉਹ ਇਸ ਗੱਲ ਦਾ ਜਵਾਬ ਦੇ ਸਕਦਾ ਹੈ ਕਿ 2 ਕਿਲੋਮੀਟਰ ਦੇ ਉੱਤੇ 60 ਕਮਰਿਆਂ ਵਾਲੀਆਂ ਕਮਿਊਨਿਟੀ ਹੈਲਥ ਸੈਂਟਰ 2 ਕਿਲੋਮੀਟਰ ਦੇ ਵਿੱਚ ਕਿਵੇਂ, ਆਪਾਂ ਕਿਹੜੀ ਪਲੈਨਿੰਗ ਦੀਆਂ ਗੱਲਾਂ ਕਰਦੇ ਹਾਂ? 8 ਕਿਲੋਮੀਟਰ ਦੇ ਉੱਤੇ ਤੁਹਾਡੇ ਕੋਲ ਵੱਡਾ ਸਿਵਲ ਹਸਪੀਟਲ, 200 ਬਿਸਤਰਿਆਂ ਦਾ ਹਸਪਤਾਲ, ਉਹਦੇ 8 ਕਿਲੋਮੀਟਰ ਦੇ ਬਾਹਰ ਨਿਕਲਦੇ ਤੁਸੀਂ ਦੋ CHC 2 ਕਿਲੋਮੀਟਰ ਦੇ ਉੱਤੇ। ਕੌਣ ਜ਼ਿੰਮੇਵਾਰ ਹੈ? ਵਿੱਚ 5.5 ਕਰੋੜ ਰੁਪਇਆ ਇੱਕ CHC ਤੇ ਖਰਚ ਹੁੰਦਾ ਹੈ। ਹੁਣ ਆਪਾਂ ਲੇਟੈਸਟ ਜਿਹੜੀ ਹੈਗੀ ਆ ਜੋ ਹੋਇਆ ਮੁਹੱਲਾ ਕਲੀਨਿਕ ਬਾਰੇ ਜੋ ਗੱਲ ਹੋਈ ਹੈ, ਮੈਂ ਨਹੀਂ ਕਹਿੰਦਾ ਮੁਹੱਲਾ ਕਲੀਨਿਕ ਨਹੀਂ ਬਣੇ, ਲੇਕਿਨ ਮੁਹੱਲਾ ਕਲੀਨਿਕ ਉੱਥੇ ਬਣਾਓ ਨਾ ਜਿਸ ਪਿੰਡ 'ਚ ਸਰਵਿਸ ਨਹੀਂ ਹੈ। ਇਹਨਾਂ ਨੇ ਤਾਂ ਇਹ ਕੀਤਾ ਕਿ 1 ਕਿਲੋਮੀਟਰ ਦੇ ਵਿੱਚ ਹੀ 50 ਗਜ਼ ਤੇ ਡਿਸਪੈਂਸਰੀ ਵੀ ਹੈਗੇ ਨੇ, ਇੱਥੇ ਤੱਕ ਵੀ ਕਰ ਦਿੱਤਾ ਕਿ ਡਿਸਪੈਂਸਰੀ ਬਣੀ ਹੋਈ ਹੈ, ਡਾਕਟਰ ਪਹਿਲਾਂ ਪੋਸਟਰ ਉਹਦੇ ਵਿੱਚ ਕਹਿੰਦੇ ਮੁਹੱਲਾ ਕਲੀਨਿਕ ਬਣਾਵਾਂਗੇ। ਦੱਸੋ ਆਪਾਂ ਕਿਹੜੀ ਪਲੈਨਿੰਗ ਦੀਆਂ ਗੱਲਾਂ ਕਰਦੇ ਹਾਂ? ਇਹਦਾ ਮਤਲਬ ਇਹ ਹੈਗਾ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਇੰਪਰੂਵਮੈਂਟ ਕੀਤੀ, ਮੁਹੱਲਾ ਕਲੀਨਿਕ ਵੀ ਬਣਨੇ ਚਾਹੀਦੇ ਨੇ, ਵੱਡੇ ਹਸਪੀਟਲ ਵੀ ਬਣਨੇ ਚਾਹੀਦੇ ਨੇ, CSCs ਵੀ ਬਣਨੇ ਚਾਹੀਦੇ ਨੇ, ਲੇਕਿਨ ਉਸ ਦੀ ਪਲੈਨਿੰਗ ਕੌਣ ਕਰ ਰਿਹਾ? ਪਲੈਨਿੰਗ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਪੂਜਾ ਜੀ ਮੈਨੇ ਇੱਕ ਗੱਲ ਕੀਤੀ ਹੈ ਕਿ ਇਹ ਲੋਕਤੰਤਰ ਨਾ ਹੋ ਕੇ ਨਿੱਜੀ ਤੰਤਰ ਬਣ ਗਿਆ ਹੈ। ਔਰ ਮਿਨਿਸਟਰ ਜਿਹੜੇ ਹੈਗੇ ਨੇ ਉਹ ਪਲੱਸ ਦੂਜੇ 2 ਨੰਬਰ ਵਾਲੇ ਰਾਜੇ ਜਿਹੜੇ ਨੇ ਉਹ ਹੈਗੇ ਬਿਊਰੋਕਰੈਟਸ, IAS ਅਫਸਰ ਹੈਗੇ, ਉਹ ਵੀ ਮੁਹੱਲਾ ਕਲੀਨਿਕ ਜਾਂ ਜਿਹੜੀ ਡਿਸਪੈਂਸਰੀਜ਼ ਹੁੰਦੀਆਂ ਨੇ ਇਹਨਾਂ ਵਿੱਚੋਂ ਕੋਈ ਖਾਸਾ ਫਰਕ ਹੈ ਜਾਂ ਸੇਮ ਹੀ ਰਹੇਗਾ? ਇਹ ਵੀ
ਨਹੀਂ, ਉਸ ਕੋ ਮੁਹੱਲਾ ਕਲੀਨਿਕ ਤਾਂ ਡਿਸਪੈਂਸਰੀ ਤੋਂ ਘੱਟ ਹੈ, ਹੂੰ ਡਿਸਪੈਂਸਰੀ ਤੋਂ ਵੀ ਘੱਟ ਹੈ। ਇਹ ਗਲਤ ਜਿਹੜਾ ਹੈਗਾ ਉਹ ਐਡ ਕੀਤੀ ਜਾ ਰਹੀ ਹੈ। ਡਿਸਪੈਂਸਰੀ ਤੋਂ ਵੀ ਛੋਟਾ ਸੈਟਅਪ ਹੈ। ਡਿਸਪੈਂਸਰੀ ਦਾ ਸੈਟਅਪ ਦੇ ਵਿੱਚ ਇੱਕ ਮੈਡੀਕਲ ਅਫਸਰ ਹੁੰਦਾ ਹੈ, ਇੱਕ ਫਾਰਮਾਸਿਸਟ ਹੁੰਦਾ ਹੈ, ਉਹਦੇ ਚ ਫਿਰ ਲੈਬ ਹੁੰਦੀ ਹੈ, ਉਹਦੇ ਚ ਜਿਹੜਾ ਪ੍ਰੀਵੈਂਟਿਵ ਪ੍ਰਮੋਟਿਵ ਸਰਵਿਸ ਜਿਹਨੂੰ ਆਪਾਂ ਕਹਿੰਦੇ ਹਾਂ ਮਲਟੀਪਰਪਸ ਹੈਲਥ ਵਰਕਰ, ਮੇਲ ਫੀਮੇਲ, ਉਹਨਾਂ ਦਾ ਥੋੜਾ ਸੁਪਰਵਾਈਜ਼ਰੀ ਸਟਾਫ ਵੀ ਹੁੰਦਾ ਹੈ। ਮਲੇਰੀਆ ਦਾ ਇੱਥੇ ਤਾਂ ਉਹ ਸਟਾਫ ਹੀ ਨਹੀਂ ਹੈ, ਪ੍ਰੀਵੈਂਟਿਵ ਪ੍ਰਮੋਟਿਵ ਹੈ ਹੀ ਨਹੀਂ, ਜਦੋਂ ਕਿ ਹੈਲਥ ਸਰਵਿਸ ਇਹ ਮੰਨੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਇਲਾਜ ਨਾਲੋਂ ਪਰਹੇਜ਼ ਚੰਗਾ, ਕਿ ਤੁਸੀਂ ਲੋਕ ਬਿਮਾਰ ਨਾ ਹੋਣ। ਮੈਂ ਇੱਕ ਵਰਡ ਯੂਜ਼ ਕੀਤਾ ਵਿੱਚ ਪ੍ਰੀਵੈਂਟਿਵ ਪ੍ਰਮੋਟਿਵ, ਲੋਕ ਬਿਮਾਰ ਨਾ ਹੋਣ ਤੇ ਤੰਦਰੁਸਤ ਹੋਣ ਜਿਹੜੇ ਜੀ। ਉਹ ਤਾਂ ਪਾਰਟ ਹੀ ਨਹੀਂ ਹੈ ਤੁਹਾਡੇ ਮੁਹੱਲਾ ਕਲੀਨਿਕ ਦੇ ਵਿੱਚ। ਤੇ ਇਹਨਾਂ ਨੇ ਇੱਕ ਰਿਟਾਇਰਡ ਡਾਕਟਰ ਬਿਠਾ ਦੇਣਾ ਵਿੱਚ, ਸਿਰਫ ਲੋਕਾਂ ਦੇ ਵਿੱਚ ਇੱਕ ਹਾਈਪ ਕ੍ਰੀਏਟ ਕੀਤੀ ਹੈ ਕਿ ਅਸੀਂ ਜਿਹੜਾ ਹੈਗਾ ਜੀ ਮਹੱਲੇ ਦਵਾਈਆਂ ਦੇ ਦੇਂਗੇ। ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਪੂਜਾ ਜੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਅਗਰ ਬਿਮਾਰੀ ਖਤਮ ਹੁੰਦੀ ਹੈ ਤਾਂ ਉਹ ਕੱਲੀ ਦਵਾਈ ਦੇ ਨਾਲ ਖਤਮ ਨਹੀਂ ਹੁੰਦੀ, ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਅਟੈਚਡ ਹੁੰਦੀਆਂ ਨੇ। ਡਾਈਟ ਅਟੈਚਡ ਹੁੰਦੀ ਹੈ, ਸਫਾਈ ਅਟੈਚਡ ਹੁੰਦੀ ਹੈ, ਉਸ ਦੀ ਪ੍ਰੀਵੈਂਸ਼ਨ ਵਾਸਤੇ ਅਵੇਅਰਨੈਸ ਅਟੈਚਡ ਹੁੰਦੀ ਹੈ, ਤੇ ਉਹ ਤਾਂ ਉਹਨਾਂ ਕੋਲ ਪਾਰਟ ਹੀ ਨਹੀਂ ਹੈ ਵਿੱਚ। ਇਹਨਾਂ ਨੇ ਇੱਕ ਰਿਟਾਇਰਡ ਡਾਕਟਰ ਬਿਠਾ ਦੇਣਾ ਉੱਥੇ, ਇੱਕ ਜਿਹੜਾ ਹੈਗਾ ਫਾਰਮਾਸਿਸਟ, ਔਰ ਇੱਕ ਨੂੰ ਮੈਡੀਕਲ ਅਟੈਂਡੈਂਟ ਕਹਿੰਦੇ ਆ, ਪਤਾ ਨਹੀਂ ਉਹ ਕੀ ਚੀਜ਼ ਹੈ ਜਿਹੜਾ ਹੈਗਾ ਉਹਨੂੰ, ਤਾਂ ਦਿੱਲੀ 'ਚ ਤਾਂ ਮਲਟੀਟਾਸਕ ਵਰਕਰਸ ਉਹਨੂੰ ਕਹਿੰਦੇ ਆ, ਇੱਥੇ ਪਤਾ ਨਹੀਂ ਕੀ ਉਹਦੇ 'ਚ ਕੋਈ ਨਰਸ ਲਈ ਹੈ ਇਹਨਾਂ ਨੇ ਕਿ ਜਿਹੜਾ ਹੈਗਾ ਕੋਈ ਲੈਬੋਰਟਰੀ ਟੈਕਨੀਸ਼ੀਅਨ ਲਿਆ ਕਿ ਕੀ ਲਿਆ ਵਿੱਚ। ਕਹਿੰਦੇ ਅਸੀਂ ਜਿਹੜੇ ਹੈਗੇ ਆ ਉਹਦੇ 'ਚ 100 ਟੈਸਟ ਕਰ ਦਿਆਂਗੇ ਫ੍ਰੀ, ਤੇ ਲੈਬੋਰਟਰੀ ਟੈਕਨੀਸ਼ੀਅਨ ਦੀ ਤਾਂ ਪੋਸਟ ਹੀ ਨਹੀਂ ਹੈ ਵਿੱਚ ਉਹਦੇ 'ਚ। ਮੁਹੱਲਾ ਕਲੀਨਿਕ ਦੇ ਵਿੱਚ ਇੱਕ ਕਮਰਾ ਜਿਹੜਾ ਹੈਗਾ 15x20 ਦਾ, ਉਹਦੇ 3 ਪਾਰਟੀਸ਼ਨ ਕਰਤੇ ਔਰ ਕਹਿੰਦਾ ਜੀ ਅਸੀਂ ਬਹੁਤ ਵੱਡਾ ਜਿਹੜਾ ਹੈਗਾ। ਪਰ ਉਹ ਪੋਲਿਟਿਕਸ ਕਰਨ ਵਾਲਿਆਂ ਨੂੰ ਵੀ ਵਧੀਆ ਇੱਕ ਜਿਵੇਂ ਕਹਿੰਦੇ ਨਾ ਮੁੱਦਾ ਮਿਲ ਗਿਆ ਕਿ ਮੁਹੱਲਾ ਕਲੀਨਿਕ ਦੇ ਵਿੱਚ ਹੁਣ ਵੱਡੀਆਂ ਦਵਾਈਆਂ ਦੇ ਬਿਮਾਰੀਆਂ ਦੇ ਇਲਾਜ ਕਿੱਥੋਂ ਕਰਨਗੇ ਜੀ, ਕਰਕੇ ਦਿਖਾਓ। ਮੁਹੱਲਾ ਕਲੀਨਿਕ ਪਹਿਲੀ ਗੱਲ ਤਾਂ ਵੱਡੀਆਂ ਬਿਮਾਰੀਆਂ ਦੇ ਇਲਾਜ ਕਰਨ ਵਾਸਤੇ ਨਹੀਂ ਹੈ, ਉਹ ਤਾਂ ਇੱਕ ਸਿੰਪਲ ਬਿਲਕੁਲ ਛੋਟਾ ਜਿਹਾ ਸੈਟਅਪ ਹੈ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਡਿਸਪੈਂਸਰੀ ਤੋਂ ਵੀ ਛੋਟਾ ਸੈਟਅਪ ਹੈ। ਸੋ ਆਪਣਾ ਅਸਲ 'ਚ ਤੁਹਾਡੇ ਸਵਾਲ ਦਾ ਜਵਾਬ ਇਹ ਸੀ ਕਿ ਆਪਣੀ ਜਿਹੜੀ ਗਰੋਥ ਵੀ ਹੋਈ ਹੈ ਉਹ ਕਾਫੀ ਹੈਫਾਜ਼ਤ ਹੋਈ ਹੈ। ਉਹ ਇਸ ਕਰਕੇ ਹੋਈ ਹੈ ਕਿਉਂਕਿ ਇਹਨਾਂ ਦੀਆਂ ਪਾਲਿਸੀ ਸਾਰੀਆਂ ਅਡਾਪਟ ਕੀਤੀਆਂ ਬਣਾ ਕੇ, ਜਿਸ ਤਰ੍ਹਾਂ ਆਪਾਂ ਉਹਨੂੰ ਮੁਹੱਲਾ ਕਲੀਨਿਕ ਦੇ, ਕਿਉਂਕਿ ਕਈ ਲੋਕ ਕਹਿੰਦੇ ਆ ਕਿ ਨਹੀਂ ਜੀ ਅਜੇ ਤੱਕ ਉਹਨਾਂ ਨੂੰ ਸਰ ਬਣਾ ਦਿੱਤੇ। ਹਸਪੀਟਲਸ ਦਾ ਕੀ ਹਾਲ ਹੈ? ਹਸਪੀਟਲਸ ਜਿੰਨੇ ਚਾਹੀਦੇ, ਸਿਵਲ ਹਸਪੀਟਲ ਇੱਕ ਡਿਸਟ੍ਰਿਕਟ ਵਿੱਚ ਹੁੰਦੇ ਤਾਂ ਉਹ ਕਾਫੀ ਨੇ। ਉਹਦੇ 'ਚ ਪੂਜਾ ਜੀ ਤੁਸੀਂ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਜਦੋਂ ਬੰਦਾ ਠੱਗਿਆ ਜਾਂਦਾ ਹੈ ਜਾਂ ਲੁੱਟਿਆ ਜਾਂਦਾ ਹੈ, ਉਹ ਵੱਡੀਆਂ ਬਿਮਾਰੀਆਂ ਕਰਕੇ ਲੁੱਟਿਆ ਜਾਂਦਾ ਹੈ। ਜੇ ਛੋਟਾ ਮੋਟਾ ਬੁਖਾਰ ਹੋ ਗਿਆ ਤਾਂ 100-200 ਰੁਪਏ ਖਰਚ ਹੋਇਆ, ਪਰ ਜੇ ਉਸ ਨੂੰ ਹਾਰਟ ਜਿਹੜਾ ਹੈਗਾ ਉਹਦੀ ਕੋਈ ਬਿਮਾਰੀ ਹੋ ਗਈ, ਉਹਨੂੰ ਕਿਡਨੀ ਦੀ ਬਿਮਾਰੀ ਹੋ ਗਈ, ਉਸ ਦੇ ਗੋਡੇ ਬਦਲੀ ਕਰਨੇ ਪੈ ਗਏ ਜਾਂ ਉਹਦੇ ਸਿਰ 'ਚ ਸੱਟ ਲੱਗ ਗਈ, ਉਦੋਂ ਲੱਖਾਂ ਰੁਪਏ ਖਰਚ ਹੁੰਦੇ ਨੇ ਵਿੱਚ। ਉਹ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਪਹਿਲਾਂ, ਕਿਉਂਕਿ ਪੰਜਾਬ ਵਿੱਚ ਆਪਾਂ ਲੰਬੀ ਗੱਲ ਹੋ ਜਾਏਗੀ, ਪੰਜਾਬ ਵਿੱਚ ਜਿਹੜਾ ਛੋਟਾ ਸੈਟਅਪ ਹੈਗਾ ਜਿਹਨੂੰ ਆਪਾਂ ਪ੍ਰੀਵੈਂਟਿਵ, ਉਹ ਬਹੁਤ ਵਧੀਆ ਬਣਿਆ ਹੋਇਆ ਪੰਜਾਬ ਦੇ ਵਿੱਚ। 8000 ਇੰਸਟੀਟਿਊਸ਼ਨ ਤਾਂ ਪਹਿਲਾਂ ਹੀ ਬਣੀਆਂ ਹੋਈਆਂ ਨੇ। ਔਰ ਪੂਜਾ ਜੀ ਮੈਂ ਤੁਹਾਨੂੰ ਦੱਸੂਗਾ ਕਿ ਇੰਨਾ ਨਿਕੰਮਾ ਕੰਮ ਪਾਣ ਕੇ ਮੈਂ ਐਜ਼ ਏ ਯੂਨੀਅਨ ਲੀਡਰ ਵੀ, ਐਜ਼ ਏ ਸਿਵਲ ਸਰਜਨ ਵੀ, ਸੀਨੀਅਰ ਪੋਸਟ ਤੇ ਹੋਣ ਦੇ ਨਾਤੇ ਵੀ ਰੌਲਾ ਪਾ ਲਿਆ। ਤੁਸੀਂ ਸ਼ਾਇਦ ਉਹ ਵਰਡ ਅਜੇ ਤੱਕ ਸੁਣਿਆ, ਤੁਸੀਂ ਵੀ ਸ਼ਾਇਦ ਨਹੀਂ ਸੁਣਿਆ ਹੋਣਾ। ਉਹਨੂੰ ਆਪਾਂ ਕਹਿੰਦੇ ਹਾਂ ਹੈਲਥ ਐਂਡ ਵੈਲਨੈਸ ਸੈਂਟਰਸ। 4500 ਦੇ ਕਰੀਬ ਨੇ ਪੰਜਾਬ ਦੇ ਵਿੱਚ ਬਣਨੇ ਆ, ਉਹਨਾਂ ਨੂੰ ਵੀ ਚੱਕ ਕੇ ਸਬ ਸੈਂਟਰ ਦੇ ਵਿੱਚ ਹੀ ਵਾੜਤਾ। ਪਹਿਲਾਂ ਤਾਂ ਪੰਜਾਬ ਗਵਰਨਮੈਂਟ ਨੇ 2018 ਚ ਸ਼ੁਰੂ ਹੋਣੇ ਸੀ ਸਾਲ, ਤਾਂ ਉਹਨਾਂ ਦੀ ਪਹਿਲਾਂ ਭਕਾਈ ਕਰਦੇ ਨੇ ਜੀ ਸਾਨੂੰ ਆਹ ਰੰਗ ਉਹਦਾ ਪਸੰਦ ਨਹੀਂ ਹੈ, ਸਾਨੂੰ ਆਹ ਰੰਗ ਪਸੰਦ ਨਹੀਂ ਹੈ। ਤੇ 2019 ਦੇ ਵਿੱਚ ਮਾੜੇ ਮੋਟੇ ਸ਼ੁਰੂ ਕੀਤੇ, ਤੇ ਅੱਜ ਜਿਹੜਾ ਇਹ ਕੀਤਾ ਹੋਇਆ ਕਿ ਉਹਨਾਂ ਨੂੰ ਪਹਿਲੇ ਸੈਂਟਰ ਦੇ ਵਿੱਚ ਹੀ ਵਾੜਤਾ, ਜਦੋਂ ਕਿ ਮੁਹੱਲਾ ਕਲੀਨਿਕ ਤੋਂ ਦੱਸਿਆ ਕਿ ਡਿਸਪੈਂਸਰੀਆਂ ਦੇ ਵਿੱਚ ਵੜ ਦਿੱਤੇ। ਹੈਲਥ ਵੈਲਨੈਸ ਸੈਂਟਰ ਜਿਹੜੇ ਹੈਗੇ ਆ ਉਹਦੇ ਚ ਬੜਾ ਵਧੀਆ ਸੈਟਅਪ ਆਇਆ ਸੀਗਾ ਸੈਂਟਰ ਗਵਰਨਮੈਂਟ ਦਾ, ਪੈਸੇ ਵੀ ਸੈਂਟਰ ਗਵਰਨਮੈਂਟ ਦੇ ਸੀਗੇ। ਜਿਸ ਤਰ੍ਹਾਂ ਮੈਂ ਇੱਕ ਵਰਡ ਯੂਜ਼ ਕੀਤਾ ਨਾ ਨੈਸ਼ਨਲ ਹੈਲਥ ਮਿਸ਼ਨ ਦੇ, ਬਹੁਤਾ ਸਾਰਾ ਫੰਡ ਚੰਡੀਗੜ੍ਹ ਦੇ ਵਿੱਚ ਤਾਂ ਹੈ ਇਹ ਸੈਂਟਰ, ਜਿਹੜੇ ਸਾਰੀ ਚੀਜ਼ਾਂ ਹੁੰਦੀਆਂ ਪੰਜਾਬ ਵਿੱਚ ਵੀ ਹੈਗੇ ਆ, ਲੇਕਿਨ ਇਹਨਾਂ ਨੂੰ ਸੈਪਰੇਟ ਨਹੀਂ ਨਾ ਕੀਤਾ ਗਿਆ। ਸਬ ਸੈਂਟਰ ਦੇ ਵਿੱਚ ਹੀ ਜਿੱਥੇ ਕੋਈ ਬਿਲਡਿੰਗ ਬਣੀ ਹੋਈ ਸੀ ਉਹਦੇ ਵਿੱਚ ਹੀ ਬਿਠਾ ਦਿੱਤਾ ਗਿਆ। ਜਿਹੜਾ ਕੋਈ EMPLOYEE ਆਉਣਾ ਸੀ ਉਹਨੂੰ ਵਿੱਚ ਹੀ ਬਿਠਾਤਾ। ਉਹ ਬੜੀ ਵਧੀਆ ਸਕੀਮ ਸੀਗੀ। ਉਹਦੇ ਸੀ ਕਿ 35 ਸਾਲ ਤੋਂ ਸ਼ੁਰੂ ਕਰਕੇ ਹਰ ਇੱਕ ਬੰਦਾ ਦਾ ਐਨੂਅਲ ਚੈੱਕਅਪ ਕਰੋ, ਫਿਰ ਉਹ ਜਿਹੜਾ ਉੱਥੇ ਖਾਸ ਕਰਕੇ ਸਪੈਸੀਫਿਕਲੀ ਲੇਡੀ, ਮੈਂ ਇਸ ਕਰਕੇ ਕਹਿਣ ਲੱਗਿਆ ਸੀਗਾ ਕਿਉਂਕਿ ਉਹਦੇ ਸਟਾਫ ਨਰਸਿਸ, BSc ਨਰਸਿੰਗ, ਸ਼ਾਇਦ ਹੁਣ ਇਹਨਾਂ ਨੇ GMS ਵੀ ਕੀਤਾ ਸੀਗਾ ਕਿ ਉੱਥੇ ਇੱਕ ਉਹ ਵਰਕਰ ਬੈਠੇਗਾ ਜਿਹੜਾ ਡੇ ਟੂ ਡੇ ਮਰੀਜ਼ ਅਗਰ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਹੁੰਦਾ ਉਹਦਾ ਬਲੱਡ ਪ੍ਰੈਸ਼ਰ ਚੈੱਕ ਹੋ ਜਾਵੇ, ਸ਼ੂਗਰ ਚੈੱਕ ਕਰਾਉਣਾ ਹੁੰਦਾ ਸ਼ੂਗਰ ਚੈੱਕ ਹੋ ਜਾਵੇ, ਫਿਰ ਉਹਦਾ ਜੇ ਉਹਨੂੰ ਗਲੂਕੋਜ਼ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਲੱਗ ਸਕੇ, ਜੇ ਟੀਕਾ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਬਜਾਏ ਕਿ ਪ੍ਰਾਈਵੇਟ ਵਾਲਾ ਨੂੰ ਟੀਕੇ ਲਵਾਏ ਉੱਥੇ ਲਵਾਏ। ਫਿਰ ਉਹਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਬੰਦੇ ਨੂੰ ਦਵਾਈ ਦੀ ਜ਼ਰੂਰਤ ਹੈਗੀ ਆ ਉਹਨੂੰ 1 ਮਹੀਨੇ ਦੀ ਦਵਾਈ ਤੁਸੀਂ ਘੱਟੋ ਘੱਟ ਦੇ ਕੇ ਤੋਰਨੀ ਆ, ਤਾਂ ਕਿ ਉਹਨੂੰ ਬਾਰ-ਬਾਰ ਪਿੰਡਾਂ ਦੇ ਵਿੱਚ ਉਧਰ ਅਧਰ ਨਾ ਭੱਜਣਾ ਪਵੇ। ਵਿੱਚ ਜਿਹੜਾ ਹੈਗਾ ਥੋੜਾ ਡਿਟੇਲ ਹੈਗੀ, ਮੈਂ ਬਹੁਤ ਕੱਟ ਸ਼ਾਰਟ ਕੀਤਾ ਉਹਨੂੰ, ਲੇਕਿਨ ਉਹ ਬੜਾ ਵਧੀਆ ਸੈਟਅਪ ਸੀਗਾ। ਲੇਕਿਨ ਉਹ ਵੀ ਸੈਟਅਪ ਵਰਕ ਨਹੀਂ ਨਾ ਕਰਨ ਦਿੱਤਾ। ਪੰਜਾਬ ਵਿੱਚ 4200 ਦੇ ਕਰੀਬ ਜਿਹੜੇ ਹੈਗੇ ਸੈਂਟਰ ਗਵਰਨਮੈਂਟ ਵੱਲੋਂ ਅਲਾਟਮੈਂਟ ਹੋਈ ਸੀ। 1,40,000 ਜਿਹੜੇ ਹੈਗੇ ਸਾਰੇ ਇੰਡੀਆ ਸੀਗੇ, 4200 ਪੰਜਾਬ ਦੇ ਹਿੱਸੇ ਵੀ ਆਇਆ ਸੀਗਾ। ਵਿੱਚੋਂ 3000 ਤੋਂ ਜ਼ਿਆਦਾ ਸ਼ਾਇਦ ਉਹ ਅਜੇ ਚੱਲ ਵੀ ਰਹੇ ਨੇ, ਲੇਕਿਨ ਉਹ ਚੱਲ ਇਸ ਕਰਕੇ ਨਹੀਂ ਰਹੇ ਕਿਉਂਕਿ ਉਹਦੇ ਵਿੱਚ ਹੀ ਵੜ ਦਿੱਤੇ ਗਏ ਨਾ ਸਬ ਸੈਂਟਰ ਦੇ ਵਿੱਚ, ਜਿੱਥੇ ਪਹਿਲਾਂ ਇੱਕ ਹੈਲਥ ਵਰਕਰ ਮੇਲ ਤੇ ਫੀਮੇਲ ਬੈਠਾ ਹੋਇਆ ਸੀ। ਇੱਥੇ ਵੀ ਸ਼ਾਇਦ ਤੁਸੀਂ ਜੇ ਚੰਡੀਗੜ੍ਹ 'ਚ ਵੀ ਦੇਖਿਆ ਹੋਣਾ, ਸ਼ਾਇਦ ਉੱਥੇ ਲਿਖਿਆ ਹੋਇਆ ਸਿਹਤ ਐਂਡ ਤੰਦਰੁਸਤੀ ਸੈਂਟਰ, ਅਗਰ ਤੁਸੀਂ ਕਹਿੰਦੇ ਹੋ ਤਾਂ ਉਹ ਸਬ ਸੈਂਟਰ ਜਾਂ ਡਿਸਪੈਂਸਰੀ ਦੇ ਵਿੱਚ ਹੀ ਲਿਖ ਦਿੱਤਾ ਗਿਆ। ਸੈਪਰੇਟ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਕਿ ਚਾਹੀਦਾ ਇਹ ਸੀਗਾ ਕਿ
ਉਹ ਇੱਕ ਵਧੀਆ ਸੈਟਅਪ ਸੀਗਾ। ਉਹ ਉਸ ਗੱਲ ਨੂੰ ਉਹਨਾਂ ਨੂੰ ਨਾ ਮਿਡ ਲੈਵਲ ਹੈਲਥ ਸਰਵਿਸ ਪ੍ਰੋਵਾਈਡਰ ਕਿਹਾ ਗਿਆ ਸੀ ਬੇਸਿਕਲੀ। ਮਿਡ ਲੈਵਲ ਇਸ ਕਰਕੇ ਕਿਹਾ ਚੰਡੀਗੜ੍ਹ ਦੇ ਗਿਆ ਵਿੱਚ ਸੀ ਦੇਖਦੇ ਆ ਜਿੱਥੇ ਆਯੁਰਵੈਦਿਕ ਜਿਹੜੀ ਦਵਾਈਆਂ ਹੈ ਉਹ ਵਾਲੇ ਵੀ ਅੱਡ ਡਾਕਟਰ ਬੈਠਦੇ ਨੇ ਤੇ ਹੈਮੋਪੈਥਿਕ ਵਾਲੇ ਅੱਡ ਬੈਠਦੇ ਨੇ। ਉਹ ਇਸ ਤਰ੍ਹਾਂ ਦਾ ਇੱਕ ਇੱਥੇ ਪਲਾਨ ਕਰਕੇ ਇੱਕ ਉਹਨਾਂ ਨੇ ਹੈਲਥ ਐਂਡ ਵੈਲਨੈਸ ਸੈਂਟਰ ਬਣਾ ਰੱਖਿਆ ਹੈ। ਨਹੀਂ, ਉਹਦਾ ਕਾਰਨ ਇਹ ਸੀਗਾ ਕਿ ਉਹ ਹੈਲਥ ਐਂਡ ਵੈਲਨੈਸ ਸੈਂਟਰ ਦਾ ਪਾਰਟ ਨਹੀਂ ਹੈ। ਉਹ ਵਾਲੇ ਜਿੱਥੇ ਆਯੁਰਵੈਦਿਕ ਹੋਮਿਓਪੈਥਿਕ ਉਹ ਇਸ ਕਰਕੇ ਕਰਤਾ ਕਿਉਂਕਿ ਉਸ ਨੂੰ ਚੰਗੀ ਤਰ੍ਹਾਂ ਪਲੈਨਿੰਗ ਨਹੀਂ ਨਾ ਕੀਤਾ ਹੋਇਆ। ਚਾਹੀਦੇ ਤਾਂ ਉਹ ਸੀਗੇ ਕਿ ਉਹ ਹੈਲਥ ਐਂਡ ਵੈਲਨੈਸ ਸੈਂਟਰਸ ਸੈਪਰੇਟ ਬਣਾਏ ਜਾਂਦੇ, ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਸਟਾਫ ਨਰਸ ਜਿਹਨੂੰ ਮੈਂ ਵਰਡ ਯੂਜ਼ ਕੀਤਾ ਮਿਡ ਲੈਵਲ ਹੈਲਥ ਸਰਵਿਸ ਪ੍ਰੋਵਾਈਡਰ ਮੀਨਸ ਡਾਕਟਰ, ਔਰ ਥੱਲੇ ਵਾਲਾ ਜਿਹੜਾ ਸੀਗਾ ਜਿਵੇਂ ਸਾਡੀ ਆਸ਼ਾ ਵਰਕਰ, ਮਲਟੀਪਰਪਸ ਹੈਲਥ ਵਰਕਰ, ਉਹਨਾਂ ਦੇ ਵਿਚਕਾਰ ਵਾਲਾ ਇੱਕ ਲੈਵਲ ਸੀਗਾ। ਕਿਉਂਕਿ ਜਿਹੜੇ ਮਲਟੀਪਰਪਸ ਹੈਲਥ ਵਰਕਰ ਮੇਲ ਐਂਡ ਫੀਮੇਲ ਹੁੰਦੇ ਨੇ ਆਸ਼ਾ, ਉਹਨਾਂ ਦਾ ਕੰਮ ਅਵੇਅਰਨੈਸ ਵਾਲਾ ਜ਼ਿਆਦਾ ਪਾਰਟ ਹੈ, ਉਹਨਾਂ ਦਾ ਕੋਈ ਕਿਊਰੇਟਿਵ ਪਾਰਟ ਨਹੀਂ ਹੈ, ਉਹਨਾਂ ਦਾ ਟ੍ਰੀਟਮੈਂਟ ਨਾਲ ਸੰਬੰਧਿਤ ਸੀ। ਇੱਥੇ ਜਿਹੜੀ ਸਟਾਫ ਨਰਸ ਨੂੰ ਆਪਾਂ ਵਿੱਚ ਉਹਨੂੰ CHO ਕਿਹਾ ਜਾਏਗਾ, ਕਮਿਊਨਿਟੀ ਹੈਲਥ ਆਫਿਸਰ ਕਿਹਾ ਗਿਆ ਸੀਗਾ। ਨਾ ਤਾਂ ਉਹ ਡਾਕਟਰ ਹੈ ਨਾ ਹੀ ਉਹ ਥੱਲੇ ਵਾਲਾ ਵਰਕਰ ਹੈ, ਉਹ ਵਿਚਕਾਰ ਹੈ ਮਿਡ ਲੈਵਲ ਹੈਲਥ ਸਰਵਿਸ ਪ੍ਰੋਵਾਈਡਰ ਜਿਹੜਾ ਹੈਗਾ। ਇਸ ਕਰਕੇ ਉਹ ਦਿੱਤਾ ਗਿਆ ਸੀਗਾ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਟੀਕਾ ਲਵਾਉਣਾ ਹੋਵੇ ਤਾਂ ਤੁਹਾਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਦੇ ਕੋਲ ਜਾਣਾ ਪਏਗਾ। ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ, ਤੁਹਾਨੂੰ ਅਨਕੁਆਲੀਫਾਈਡ ਬੰਦਾ ਜਿਹੜਾ ਕਦੀ ਕਹੇਗਾ ਜੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ, ਕਦੀ ਕਹੇਗਾ ਘਟ ਗਿਆ ਜੀ। ਸ਼ੂਗਰ ਜਿਹੜੀ ਹੈਗੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਪਾਂ ਮੇਨਟੇਨ ਕਰਕੇ ਰੱਖਣੀ ਹੈ। ਫਿਰ ਕੋਈ ਰੈਫਰਲ ਜਿਹੜਾ ਹੈਗਾ, ਕੋਈ ਜਿਹੜਾ ਤੁਹਾਨੂੰ ਕੁਆਲੀਫਾਈਡ ਬੰਦਾ ਦੱਸ ਕੇ ਯਾਰ ਤੂੰ ਫਲਾਣੇ ਹਸਪਤਾਲ ਦੇ ਵਿੱਚ ਚਲੇ ਜਾ, ਉੱਥੇ ਫਲਾਣਾ ਇਲਾਜ ਜਿਹੜਾ ਹੈਗਾ, ਜਾਂ ਸਾਡਾ ਗਵਰਨਮੈਂਟ ਦਾ ਸੈਟਅਪ ਫਲਾਣੀ ਜਗ੍ਹਾ ਤੇ ਬਣਿਆ ਹੋਇਆ ਵਿੱਚ ਉੱਥੇ ਚਲੇ ਜਾਓ। ਇਸ ਤਰ੍ਹਾਂ ਦਾ ਇਸ ਨੂੰ ਆਪਾਂ ਵਰਡ ਯੂਜ਼ਡ ਹੈਗਾ। ਇਹ ਬਹੁਤ ਵਧੀਆ ਸਕੀਮ ਹੈਗੀ ਹੈ ਮਿਡ ਲੈਵਲ ਹੈਲਥ ਸਰਵਿਸ ਪ੍ਰੋਵਾਈਡਰ। ਸੈਂਟਰ ਗਵਰਨਮੈਂਟ ਦੀ ਗੱਲ ਕੀਤੀ, ਸੈਂਟਰ ਦੀ ਜਿਹੜੀ ਹੈਲਥ ਸਕੀਮਸ ਹੈ ਉਹ ਪੰਜਾਬ ਦੇ ਵਿੱਚ ਕਿੰਨੀ ਕੀ ਲਾਗੂ ਹੁੰਦੀਆਂ ਹੈ? ਕਿ ਲੋਕੀ ਅਵੇਅਰ ਰਹਿੰਦੇ ਨੇ ਇਹਨਾਂ ਸਕੀਮਸ ਦੇ ਪ੍ਰਤੀ? ਉਹਦੇ ਚ ਪੂਜਾ ਜੀ ਇਹ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਮੈਂ ਇੱਕ ਵਰਡ ਯੂਜ਼ ਕੀਤਾ ਕਿ 2006 ਤੋਂ ਨੈਸ਼ਨਲ ਹੈਲਥ ਮਿਸ਼ਨ ਸ਼ੁਰੂ ਹੋਇਆ। ਮੈਂ ਬਾਰ-ਬਾਰ ਰਿਪੀਟਡਲੀ ਮੀਡੀਆ 'ਚ ਮੇਰੇ ਵੱਲੋਂ ਇਹ ਲਿਖਿਆ ਗਿਆ, ਬੋਲਿਆ ਗਿਆ, ਪੰਜਾਬ ਗਵਰਨਮੈਂਟ ਹੈਲਥ ਡਿਪਾਰਟਮੈਂਟ ਮਾਈਨਸ ਨੈਸ਼ਨਲ ਹੈਲਥ ਮਿਸ਼ਨ ਇਜ਼ ਇਕੁਅਲ ਟੂ 0। ਇਹ ਪੈਸੇ ਜਿਹੜੇ ਹੈਗੇ ਨੇ ਉਹ 60% ਸੈਂਟਰ ਗਵਰਨਮੈਂਟ ਦੀ ਹੈਗੇ ਆ ਤੇ 40% ਸਟੇਟ ਨੇ ਪਾਣੇ ਹੁੰਦੇ ਆ। ਸਟੇਟ ਆਪਣੇ ਪੈਸੇ ਨਹੀਂ ਪਾ ਰਹੀ, ਇਸੇ ਕਰਕੇ ਲੋਕਾਂ ਨੂੰ ਹੈਲਥ ਸਰਵਿਸਿਜ਼ ਨਹੀਂ ਮਿਲ ਰਹੀਆਂ। ਜਿਹੜੀਆਂ ਹੁਣ ਮਿਲ ਰਹੀਆਂ ਨੇ ਇਹ ਫਿਰ ਕ੍ਰੈਡਿਟ ਸਾਰਾ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਹੀ ਹੈ। ਜਿਹੜੇ ਇਹ ਕੰਟਰੈਕਟ ਵਾਲੇ ਸਟਾਫ ਆਪਣੇ ਰੱਖੇ ਆ ਉਹਨਾਂ ਦੀ ਸੈਲਰੀ ਵੀ ਉੱਥੋਂ ਆ ਰਹੀ ਹੈ, ਉੱਥੋਂ ਹੀ ਨੈਸ਼ਨਲ ਹੈਲਥ ਮਿਸ਼ਨ ਦੇ NHM ਦੇ ਵਿੱਚ ਵੀ ਆ ਰਹੀ ਹੈ। ਇਹ ਜਿਹੜਾ 60-70% ਸਟਾਫ ਨੇ, ਚਾਹੇ ਉਹ ਆਯੁਸ਼ਮਾਨ ਯੋਜਨਾ ਹੋ ਜਾਂ ਫਿਰ ਹੋਰ ਹੈਲਥ ਕਾਰਡਸ ਨੇ, ਉਹਨਾਂ ਦੀ ਹੈ। ਇਹ ਸਾਰੀਆਂ ਜਿਹੜੀਆਂ ਹੈਗੀਆਂ, ਜਿੱਦਾਂ ਆਯੁਸ਼ਮਾਨ ਦੀ ਤੁਸੀਂ ਗੱਲ ਕੀਤੀ ਹੈ, ਇਹ ਅਸਲ 'ਚ ਦੋ ਫਾਰਮੇਟ 'ਚ ਹੈਗੇ ਆ, ਆਯੁਸ਼ਮਾਨ ਭਾਰਤ। ਫਿਰ ਇਹ ਪੰਜਾਬ ਨੇ ਇਹਨੂੰ ਡਾਇਰੈਕਟ ਨਹੀਂ ਸੀ ਮੰਨਿਆ, ਪਹਿਲਾਂ ਤਾਂ 2 ਸਾਲ ਉਹਦਾ ਪੰਗਾ ਪਾਈ ਰੱਖਿਆ, ਇਹਨਾਂ ਨੇ ਮੰਨਿਆ ਹੀ ਨਹੀਂ। ਫਿਰ ਜਦੋਂ ਮੰਨਿਆ ਤੇ ਕਹਿਣਗੇ ਜੀ ਅਸੀਂ ਇਹ ਕਵਾਂਗੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ABSSBY ਨੂੰ ਆਪਾਂ ਵਰਡ ਯੂਜ਼ ਕਰਦੇ ਸੀਗੇ। ਉਹਦੇ 'ਚ ਵੀ ਇਹ ਸੀਗਾ ਕਿ ਜਿਹੜਾ ਕਾਰਡ ਹੈ ਇਹਦੇ 2 ਹਿੱਸੇ ਸੀਗੇ। ਇੱਕ ਤਾਂ ਆਯੁਸ਼ਮਾਨ ਭਾਰਤ ਵਾਲਾ ਹਿੱਸਾ ਹੈਗਾ, ਉਹਦੇ 'ਚ ਇਹ ਸੀਗਾ ਕਿ 2011 ਦੇ ਇੱਕ ਸੈਂਸਸ ਹੋਇਆ ਸੀਗਾ। ਉਹ ਸੈਂਸਸ ਦੇ ਵਿੱਚ ਉਹ ਕਾਸਟ ਬੇਸਡ ਸੈਂਸਸ ਸੀਗਾ। ਉਹਦੇ ਦੇ ਵਿੱਚ ਪੰਜਾਬ ਦੀਆਂ ਤਕਰੀਬਨ 11-12 ਲੱਖ ਫੈਮਿਲੀਜ਼ ਕਵਰਡ ਹੁੰਦੀਆਂ ਸੀਗੀਆਂ। ਉਹ ਕਾਰਡ ਜਿਹੜਾ ਹੈਗਾ ਉਹ ਅਜੇ ਵੀ ਚੱਲਦਾ ਵਿੱਚ, ਜਿਹੜਾ ਹੈਗਾ ਸੈਂਟਰ ਵਾਲੇ ਹਸਪੀਟਲਸ ਦੇ ਵਿੱਚ ਚਲੇਗਾ, ਜਿਹੜੇ ਇੰਪੈਨਲਡ ਹਸਪੀਟਲ ਨੇ। ਜਿਹੜਾ ਇਹਨਾਂ ਦਾ SSBY ਸੀ ਸਰਬੱਤ ਸਿਹਤ ਬੀਮਾ ਯੋਜਨਾ ਵਾਲਾ, ਇਹ ਤਾਂ ਇਹਨਾਂ ਨੇ ਜਿਹੜਾ ਹੈਗਾ 20 ਅਗਸਤ 2019 ਤੋਂ ਸਟਾਰਟ ਕੀਤਾ ਸੀਗਾ ਤੇ ਦਸੰਬਰ 2021 ਦੇ ਵਿੱਚ ਇਹਨਾਂ ਦਾ ਬੰਦ ਹੋ ਗਿਆ ਸੀਗਾ ਕਿਉਂਕਿ ਇਹਨਾਂ ਨੇ ਪੈਸੇ ਹੀ ਨਹੀਂ ਦਿੱਤੇ ਵਿੱਚ। ਲੇਟੈਸਟ ਤੁਸੀਂ ਦੇਖਿਆ ਸੀਗਾ ਕਿ PGI ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਕਿਉਂਕਿ 16.5 ਕਰੋੜ ਰੁਪਇਆ ਜਿਹੜਾ ਹੈਗਾ ਉਹਨਾਂ ਦਾ ਸੀਗਾ। ਕੱਲਾ ਉਹ ਤਾਂ ਸਿਰਫ ਉਹਨਾਂ ਦਾ ਹੀ ਸੀਗਾ। ਉੱਥੋਂ ਛੱਡ ਕੇ ਪੰਜਾਬ ਦੇ ਜਿਹੜੇ ਆਪਣੇ ਹਸਪੀਟਲ ਸੀਗੇ ਉਹਨਾਂ ਨੇ ਵੀ ਬੰਦ ਕਰਤੀ ਸੀ ਸਰਵਿਸ ਦੇਣਾ, ਕਿਉਂਕਿ ਉਹਨਾਂ ਦੇ ਵੀ ਪੈਸੇ ਖਰਚ ਹੁੰਦੇ ਆ ਨਾ। ਕੋਈ ਇਹ ਜਿਹੜਾ ਹੈਗਾ ਜਦੋਂ ਤੁਸੀਂ ਪੈਸੇ ਜਿਹੜੇ ਹੈਗੇ ਨੇ ਉਹ ਦਿਓਗੇ ਨਹੀਂ, ਸਰਕਾਰ ਜਿਹੜੇ ਡਿਪਾਰਟਮੈਂਟ ਤੋਂ ਡਿਪਾਰਟਮੈਂਟ ਸ਼ਿਫਟ ਹੋਣੇ ਹੁੰਦੇ ਆ, ਉਹਨਾਂ ਕੋਲ ਪੈਸੇ ਮੁੱਕ ਗਏ ਸੀ। ਇਸੇ ਕਰਕੇ ਹੁਣ ਰੌਲਾ ਪਿਆ ਹੋਇਆ ਸੀਗਾ ਕਿ ਜਿਹੜੇ ਆਪਣੇ ਦੇ ਕੋਲ ਜਿਹੜੀ ਕਲੈਕਸ਼ਨ ਹੁੰਦੀ ਸੀ, ਜਿਹੜੇ ਸਿਵਲ ਹਸਪੀਟਲਸ ਹੈਗੇ ਨੇ, ਡਿਸਟ੍ਰਿਕਟ ਵਾਲਾ ਹਸਪੀਟਲ, ਸਬ ਡਿਵੀਜ਼ਨ ਹਸਪੀਟਲ, ਕਮਿਊਨਿਟੀ ਹੈਲਥ ਸੈਂਟਰ, ਉਹ ਕਲੈਕਸ਼ਨ ਜਿਹੜੀ ਹੈਗੀ ਹੈ ਉਹ ਵੀ ਖਤਮ ਹੋਣ ਲੱਗ ਗਈ ਸੀ ਕਿਉਂਕਿ ਦਵਾਈ ਤੁਸੀਂ ਦਿੰਦੇ ਨਹੀਂ ਤੇ ਮਰੀਜ਼ ਤੁਹਾਡੇ ਕੋਲ ਆਉਣੇ ਨਹੀਂ, ਤੇ ਮਰੀਜ਼ ਤੁਹਾਡੇ ਕੋਲ ਆਉਣੇ ਨਹੀਂ, ਤੁਹਾਡੀ ਕਲੈਕਸ਼ਨ ਨਹੀਂ ਹੋਣੀ। ਉਹ ਸਾਰਾ ਹੀ ਸਰਕਲ ਜਿਹੜਾ ਹੈਗਾ ਬ੍ਰੇਕ ਹੋ ਜਾਂਦਾ ਸੀਗਾ ਵਿੱਚ ਬਿਕਾਜ਼ ਆਫ ਦਾ ਫਾਈਨੈਂਸਿਸ ਔਰ ਜਿਹੜੀ ਆਪਾਂ ਕਹਿੰਦੇ ਆ ਸਿਕ ਪਲੈਨਿੰਗ, ਇਲ ਪਲੈਨਿੰਗ, ਵਟਐਵਰ ਵੀ ਮੇ ਸੇ। ਇਹਨਾਂ ਨੇ ਆਪਣਾ ਪੂਜਾ ਜੀ ਮੈਂ ਤੁਹਾਨੂੰ ਜੇ 1-2 ਹਸਪੀਟਲ ਦੀ ਗੱਲ ਦੱਸੀ ਆ, 2 ਹਸਪੀਟਲ ਛੱਡ ਕੇ ਪੰਜਾਬ ਦੇ ਵਿੱਚ ਤਕਰੀਬਨ 1800 ਦੇ ਕਰੀਬ ਹੈਲਥ ਇੰਸਟੀਟਿਊਸ਼ਨਸ ਨੇ, ਜਿਹਦੇ ਚ 23 ਆਪਣੇ ਡਿਸਟ੍ਰਿਕਟ ਹਸਪੀਟਲ ਹੋ ਗਏ, 125 ਦੇ ਕਰੀਬ ਜਿਹੜੇ ਹੈਗੇ ਆ ਸਾਡੇ ਜਿਹੜੇ ਹੈਗੇ ਨੇ ਉਹ ਸਬ ਡਿਵੀਜ਼ਨ ਹਸਪੀਟਲ ਨੇ, ਔਰ ਉਸ ਤੋਂ ਥੱਲੇ ਜਿਹੜੀਆਂ ਹੈਗੀਆਂ ਨੇ 150 ਕਮਿਊਨਿਟੀ ਹੈਲਥ ਸੈਂਟਰਸ ਨੇ। ਉਸ ਤੋਂ ਥੱਲੇ ਸਾਡੀਆਂ ਜਿਹੜੀਆਂ PSCs ਹੁੰਦੀਆਂ ਨੇ ਉਹ ਤਕਰੀਬਨ 500 ਦੇ ਕਰੀਬ ਨੇ,
ਔਰ 1186 ਡਿਸਪੈਂਸਰੀਆਂ ਨੇ ਜੀ। ਇਹਨਾਂ ਨੇ ਕੀ ਕੀਤਾ ਕਿ 2016-17 ਦੇ ਵਿੱਚ 16 ਚ ਰਾਦਰ ਦੈਟ ਸੈਂਸ ਜਿਹੜੀ ਪਹਿਲੀ ਗਵਰਨਮੈਂਟ ਸੀਗੀ ਜਿਹੜੀ ਹੈਗੀ ਹੈ, ਇਹਨਾਂ ਨੇ ਹਰ ਇੱਕ ਹਸਪਤਾਲ ਦੇ ਵਿੱਚ ਇੱਕ 8x10 10x10 ਦਾ ਇੱਕ ਕਮਰਾ ਬਣਾ ਕੇ ਉਹਦੇ ਉੱਤੇ ਲਿਖਤਾ ਫ੍ਰੀ ਦਵਾਈਆਂ ਤੇ ਫ੍ਰੀ ਟੈਸਟ, ਲੇਕਿਨ ਉਹ ਸਾਰੇ ਖਾਲੀ ਪਏ ਆ। 1800 ਬਿਲਡਿੰਗਸ ਖਾਲੀ ਪਈਆਂ ਨੇ ਵਿੱਚ ਜਿਹੜੀਆਂ ਹੈਗੀ, ਜਿਹਦੇ ਚ ਕਹਿੰਦੇ ਕਬੂਤਰ ਨੱਚਦੇ ਵਿੱਚੋਂ। ਫਿਰ ਇਹਦਾ ਮਤਲਬ ਹੈਗਾ ਕਿ ਪਲੈਨਿੰਗ ਨਹੀਂ ਨਾ ਹੋਈ। ਮੈਂ ਬਾਰ-ਬਾਰ ਇੱਕ ਵਰਡ ਯੂਜ਼ ਕਰਦਾ ਕਿ ਤੁਸੀਂ ਲੋਕਾਂ ਨੂੰ ਦਵਾਈਆਂ ਨਹੀਂ ਦਿੱਤੀਆਂ, ਤੁਸੀਂ ਲੋਕਾਂ ਨੂੰ ਇੱਟਾਂ ਖਵਾਈਆਂ ਵਿੱਚ ਜਿਹੜੀ। ਅੱਜ ਵੀ ਹਾਲਾਤ ਕੁਛ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਇਹ ਜਿਹੜੀ ਪਲੈਨਿੰਗ ਹੈਗੀ ਹੈ ਉਹਦੇ ਚ ਤੁਹਾਡੇ ਮੀਡੀਅਮ ਰਾਹੀਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਬਹੁਤ ਇੰਪੋਰਟੈਂਟ ਪੋਸਟ ਜਿਹੜੀ ਹੈਗੀ ਹੈ, ਸਿਵਲ ਸਰਜਨ ਦੀ ਪੋਸਟ ਹੈਗੀ ਹੈ, ਉਹਨੂੰ ਕੋਈ ਨਹੀਂ ਪੁੱਛਦਾ। ਡਾਇਰੈਕਟਰ ਦੀ ਬਹੁਤ ਇੰਪੋਰਟੈਂਟ ਪੋਸਟ ਹੈਗੀ ਆ, ਉਸਨੂੰ ਕੋਈ ਨਹੀਂ ਪੁੱਛਦਾ। ਉੱਪਰ ਜਿਹੜੇ ਹੈਗੇ ਨੇ ਉਹ ਸੁਪਨੇ ਆਉਂਦੇ ਨੇ ਤੇ ਉਹ ਇਹਨਾਂ ਦੀਆਂ ਪਲੈਨਿੰਗਸ ਬਣਦੀਆਂ ਨੇ। IAS ਅਫਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਮੈਡੀਕਲ ਬਾਰੇ ਨੌਲੇਜ ਨਹੀਂ ਹੈ, ਔਰ ਮਿਨਿਸਟਰ ਨੂੰ ਤਾਂ ਫਿਰ ਵੈਸੇ ਹੀ ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨੀ ਐਜੂਕੇਸ਼ਨ ਵਾਲੇ ਮਿਨਿਸਟਰ ਇਹ ਬਣਾਉਂਦੇ ਨੇ। ਸੋ ਇਹ ਸਾਰਾ ਪਾਰਟ ਜਿਹੜਾ ਹੈਗਾ, ਤੁਸੀਂ ਗੱਲ ਸ਼ੁਰੂ ਕੀਤੀ ਸੀ, ਮੈਂ ਇਹ ਗੱਲ ਕਹਾਂਗਾ ਕਿ ਪ੍ਰੋਗਰੈਸ ਹੋਈ, ਲੇਕਿਨ ਇੰਨੀ ਕੁ ਹੈਫਾਜ਼ਾਰਡ ਹੋਈ ਕਿ ਉਹ ਨਾਨ ਪਲੈਨਿੰਗ ਹੋਣ ਕਰਕੇ, ਹਡੌਕ ਪਲੈਨਿੰਗ ਹੋਣ ਕਰਕੇ ਜਿਹੜੀਆਂ ਸਰਵਿਸਿਜ਼ ਜੋ ਆਪਣੇ ਕੋਲ ਪੈਸੇ ਸੀਗੇ ਉਹਦੇ ਨਾਲ ਵਧੀਆ ਸਰਵਿਸਿਜ਼ ਮਿਲ ਸਕਦੀਆਂ ਸੀ, ਉਹ ਆਪਾਂ ਨੂੰ ਮਿਲ ਨਹੀਂ ਰਹੀਆਂ। ਸਰ ਕਹਿ ਸਕਦੇ ਹਾਂ ਕਿ ਪ੍ਰਾਇੋਰਟੀ ਤੇ ਨਹੀਂ ਰੱਖਿਆ ਗਿਆ ਇਹਨਾਂ ਹੈਲਥ ਨੂੰ ਰੱਖਾ, ਬਟ ਇੰਨਾ ਕੀ ਨਹੀਂ ਰੱਖਿਆ ਕਿ ਲੋਕਾਂ ਦੀ ਜਾਨ ਬੇਹੱਦ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਸਿਹਤ ਸੁਵਿਧਾਵਾਂ ਨੂੰ ਹੋਰ ਬਿਹਤਰ ਕੀਤਾ ਜਾ ਸਕੇ। ਇੱਕ ਸਵਾਲ ਸਰ ਮੇਰਾ ਇਹ ਵੀ ਹੈ ਤੁਹਾਡੇ ਤੋਂ ਕਿ ਜਿਹੜੇ ਡਾਕਟਰਸ ਨੇ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੈ ਕਿ ਪੜ੍ਹਾਈ ਬਹੁਤ ਮਹਿੰਗੀ ਹੈ, ਜਿਹੜੀ ਮੈਡੀਕਲ ਦੀ ਪੜ੍ਹਾਈ ਹੈ, ਬੱਚੇ ਬਾਹਰ ਜਾ ਕੇ ਪੜ੍ਹਾਈ ਕਰਦੇ। ਹਾਲ ਹੀ ਦੇ ਵਿੱਚ ਅਸੀਂ ਦੇਖਿਆ ਸੀ ਯੂਕਰੇਨ ਦੇ ਵਿੱਚ ਕਿੰਨੇ ਕਿ ਬੱਚੇ ਇੱਥੇ ਮੈਡੀਕਲ ਜਿਹੜਾ ਉੱਥੇ ਪੜ੍ਹਾਈ ਕਰਨ ਗਏ ਸੀ, ਲੇਕਿਨ ਹੁਣ ਉਹ ਵਾਪਿਸ ਆ ਗਏ ਨੇ। ਜਿਹੜਾ ਇਹ ਪੜ੍ਹਾਈ ਦੀ ਸਰ ਕੀਮਤ ਹੈ, ਕੀ ਉਸਨੂੰ ਘਟਾਇਆ ਨਹੀਂ ਜਾ ਸਕਦਾ, ਜਾਂ ਕੀ ਕੁਛ ਅਜਿਹਾ ਸਿਸਟਮ ਬਣਿਆ ਹੋਇਆ ਹੈ ਕਿ ਬੱਚੇ ਜਿਹੜੇ ਹੁਣ ਡਾਕਟਰ ਬਣਨ ਦੇ ਇੱਛੁਕ ਹੈ, ਜਾਂ ਤਾਂ ਉਹਨਾਂ ਨੂੰ ਬਹੁਤ ਵਧੀਆ ਰੈਂਕ ਲੈ ਕੇ ਆਉਣਾ ਪੈਂਦਾ ਹੈ ਜਾਂ ਫਿਰ ਉਹਨਾਂ ਨੂੰ ਮੋਟੀ ਫੀਸ ਦੇਣੀ ਪੈਂਦੀ ਹੈ? ਤੇ ਉਹਦੇ ਚ ਇਸ ਤਰ੍ਹਾਂ ਸੀਗਾ ਕਿ ਇਹਨਾਂ ਨੇ ਐਕਚੁਅਲੀ ਨਾ ਮੈਡੀਕਲ ਜਿਹੜਾ ਕਾਲਜ ਵਾਲੀ ਐਜੂਕੇਸ਼ਨ ਸੀਗੀ ਉਸ ਨੂੰ ਅਸੈਸ ਹੀ ਨਹੀਂ ਕੀਤਾ। ਅੱਜ ਜਿਹੜਾ ਇੰਡੀਆ ਦੇ ਵਿੱਚ, ਜਦੋਂ ਕਿ ਫੋਰਨ ਦੇ ਵਿੱਚ ਇਹ ਹੈਗਾ ਕਿ 200 ਤੋਂ ਲੈ ਕੇ 300 350 ਤੱਕ ਇੱਕ ਕੁਆਲੀਫਾਈਡ ਡਾਕਟਰ ਹੈ, ਔਰ ਪੰਜਾਬ ਹੋਵੇ ਜਾਂ ਇੰਡੀਆ, ਇੱਥੇ 11,000 ਵਿੱਚ ਇੱਕ ਕੁਆਲੀਫਾਈਡ ਡਾਕਟਰ ਹੈ। ਉਸ ਨੂੰ ਅਸੈਸ ਕਿਹਨੇ ਕਰਨਾ ਸੀਗਾ? ਅਸੈਸ ਤਾਂ ਕੀਤਾ ਹੀ ਨਹੀਂ ਇਹਨਾਂ ਨੇ, ਕਿਉਂਕਿ ਬੇਈਮਾਨ ਲੋਕ ਸੀਗੇ। ਇਹਨਾਂ ਨੂੰ ਜਿਹੜੀ ਜਿੱਥੋਂ ਇਹਨਾਂ ਨੂੰ ਕੋਈ ਆਪਣੇ ਪੈਸੇ ਇਕੱਠੇ ਹੁੰਦੇ ਸੀ, ਅੱਜ ਮੈਨੂੰ ਕਹਿਣ ਲੱਗਿਆ ਕੋਈ ਹਿਜਕ ਨਹੀਂ ਹੈ ਵਿੱਚ ਕਿ ਜਿੰਨੇ ਆਪਣੇ ਮਿਨਿਸਟਰਸ ਹੁੰਦੀ ਕੜੀ ਬਣੇ ਹੈ, ਜੋ ਹਾਲਾਤ ਇਹਨਾਂ ਲੋਕਾਂ ਨੇ ਅੱਜ ਕੀਤੇ ਹੋਏ ਆ, ਉਹ ਆਪਾਂ ਸਾਰਿਆਂ ਨੂੰ ਪਤਾ। ਜੋ ਕੁਛ ਵੀ ਜਿਹੜੇ ਹੈਗੇ ਆ ਹਾਲਾਤ ਬਣੇ ਹੋਏ, ਉਹਦੇ ਚ ਇਹਨਾਂ ਨੇ ਮੈਡੀਕਲ ਐਜੂਕੇਸ਼ਨ ਨੂੰ ਅਸੈਸ ਹੀ ਨਹੀਂ ਕੀਤਾ ਕਿ ਆਪਾਂ ਜਿਹੜੇ ਡਾਕਟਰਸ ਕਿਵੇਂ ਪ੍ਰੋਡਿਊਸ ਕਰਨੇ ਨੇ। ਆ 2-3 ਦਿਨ ਪਹਿਲਾਂ ਮੈਂ ਇੱਕ ਸਟੈਟਿਕਸ ਪੜ੍ਹ ਰਿਹਾ ਸੀਗਾ, ਤੁਸੀਂ ਵੀ ਸ਼ਾਇਦ ਈਵਨ ਨਾਨ ਮੈਡੀਕਲ ਹੋਣ ਕਰਕੇ ਵੀ ਸੌਖਾ ਪਤਾ ਲੱਗ। ਜਿਵੇਂ ਤੁਸੀਂ ਦੇਖੋ ਕਿ ਕ੍ਰਿਟੀਕਲ ਕੇਅਰ ਜਿਹੜੀ ਹੈ, ਜਦੋਂ ICU ਦੀ ਆਪਾਂ ਗੱਲਾਂ ਕਰਦੇ ਹਾਂ, ਉਹਦੇ ਚ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਇਨਵੈਸਟੀਗੇਸ਼ਨ, ਜਿਹੜੇ ਰੇਡੀਓਲੋਜਿਸਟ ਹੈਗੇ ਨੇ ਉਹ ਤਾਂ ਰੇਡੀਓਲੋਜਿਸਟ ਤੁਸੀਂ ਪ੍ਰੋਡਿਊਸ ਨਹੀਂ ਕੀਤੇ। ਫਿਰ ਐਨੈਸਥੀਸੀਆ ਵਾਲਾ ਡਾਕਟਰ ਬਹੁਤ ਇੰਪੋਰਟੈਂਟ ਹੁੰਦਾ, ਬੰਦਾ ਬੇਹੋਸ਼ ਹੋਇਆ ਉਹਨੂੰ ਕਿੰਨੇ ਲੈਵਲ ਦੇ ਵਿੱਚ ਰੱਖਣਾ ਹੈ, ਕ੍ਰਿਟੀਕਲ ਕੇਅਰ ਦਾ ਪਾਰਟ ਹੁੰਦਾ, ਉਹ ਇਹਨਾਂ ਕੋਲ ਪ੍ਰੋਡਿਊਸ ਨਹੀਂ ਹੋਇਆ। ਬੱਚੇ ਜਿਹੜੇ ਹੈਗੇ ਨੇ, ਜਿਹੜੇ ਬੋਲ ਨਹੀਂ ਸਕਦੇ ਹੁੰਦੇ, ਉਹਨਾਂ ਨੂੰ ਟ੍ਰੀਟ ਕਰਨਾ ਬਹੁਤ ਔਖਾ ਹੁੰਦਾ, ਉਹ ਤੁਹਾਡੇ ਕੋਲ ਪ੍ਰੋਡਿਊਸ ਨਹੀਂ ਹੋਏ। ਮਾਵਾਂ ਜਿਹੜੀਆਂ ਜਿਨ੍ਹਾਂ ਨੂੰ ਦੇਖਣਾ ਹੁੰਦਾ, ਪ੍ਰੈਗਨੈਂਸੀ ਦੇ ਵਿੱਚ ਦੇਖਣਾ ਹੁੰਦਾ, ਜਾਂ ਫੀਮੇਲਸ ਦੇ ਨਾਲ ਰਿਲੇਟਡ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ, ਗਾਇਨੇਕੋਲੋਜਿਸਟ ਜਿਹੜੇ ਹੈਗੇ ਨੇ, ਉਹ ਤੁਹਾਡੇ ਕੋਲ ਸਹੀ ਢੰਗ ਨਾਲ ਪ੍ਰੋਡਿਊਸ ਨਹੀਂ ਹੋਏ। ਤੇ ਫਿਰ ਆਪਾਂ ਪ੍ਰੋਡਿਊਸ ਕੀ ਕੀਤਾ ਜੀ? ਸਵਾਲ ਇਹ ਜਿਹੜਾ ਹੈਗਾ, ਇਹ ਸਾਰਾ ਪਲੈਨਿੰਗ ਦਾ ਪਾਰਟ ਹੀ ਹੈ ਕਿ ਇਹਨਾਂ ਨੇ ਇਹ ਮੈਡੀਕਲ ਕਾਲਜ ਜਿਹੜੇ ਹੈਗੇ, ਜਿੱਥੇ ਚਾਹੀਦੇ ਸੀਗੇ ਮੈਡੀਕਲ ਕਾਲਜ, ਉੱਥੇ ਮੈਡੀਕਲ ਕਾਲਜ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਹੈ ਸੀ ਉਹਨਾਂ ਨੂੰ ਅਪਗ੍ਰੇਡ ਕਰਕੇ ਸਿਸਟਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਡਾਕਟਰਸ ਪ੍ਰੋਡਿਊਸ ਕਰ ਦਈਏ ਔਰ ਡਾਕਟਰਸ ਵੀ ਉਹ ਪ੍ਰੋਡਿਊਸ ਕਰ ਦਈਏ। ਅੱਜ ਆਪਾਂ ਕੋਵਿਡ ਦੇ ਵਿੱਚ ਕਿਉਂ ਮਾਰ ਖਾਧੀ? ਆਪਾਂ ਕੋਵਿਡ ਜਿਹੜੀ ਪਹਿਲੀ ਵੇਵ ਸੀਗੀ ਉਹ ਇਸ ਕਰਕੇ ਕਾਮਯਾਬ ਹੋ ਗਈ ਕਿਉਂਕਿ ਉਹਦੇ ਚ ਸਿਰਫ ਅਵੇਅਰਨੈਸ ਵਾਲਾ ਪਾਰਟ ਸੀ। ਉਦੋਂ ਬਿਮਾਰੀ ਨਹੀਂ ਸੀ ਹੈਗੀ, ਲੋਕਾਂ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਕੋਵਿਡ ਦੇ ਆਹ ਸਾਈਨ ਸਿੰਪਟਮ ਹੋਣਗੇ, ਤੁਸੀਂ ਏਦਾਂ ਬਚ ਕੇ ਰਹਿਣਾ ਹੈ, ਤੁਸੀਂ ਅੰਦਰ ਰਹਿਣਾ ਹੈ, ਬਾਹਰ ਰਹਿਣਾ ਹੈ, ਤੁਸੀਂ ਆਹ ਖਾਣਾ ਹੈ। ਜਦੋਂ ਸੈਕੰਡ ਵੇਵ ਆਈ ਉਦੋਂ ਸਾਰਾ ਐਕਸਪੋਜ਼ ਹੋ ਗਿਆ ਨਾ, ਆਪਣੇ ਕੋਲ ਆਕਸੀਜਨ ਵੀ ਖਤਮ ਹੋਈ, ਆਪਣੇ ਕੋਲ ਮਰੀਜ਼ ਕਿੰਨੇ ਮਰੇ ਜਿਹੜੇ ਹੈਗੇ ਆ ਵਿੱਚ ਜਿਹੜੇ ਉਹਦਾ ਕਾਰਨ ਇਹ ਸੀਗਾ ਕਿ ਇਹ ਜਿਹੜਾ ਕਿਊਰੇਟਿਵ ਪਾਰਟ ਸੀਗਾ, ਜਿਹੜਾ ਮੈਂ ਪਹਿਲੇ ਵਰਡ ਯੂਜ਼ ਕੀਤਾ ਸੀਗਾ, ਉਹ ਇਹ ਜਿਹੜੇ ਸਿਵਲ ਹਸਪੀਟਲ ਸੀਗੇ ਉਹਨਾਂ ਦੇ ਉੱਤੇ ਉਹਨਾਂ ਦੇ ਪਾਸੇ ਦੇਖਿਆ ਹੀ ਨਹੀਂ ਕਿਸੇ ਨੇ ਕਿ ਅਸੀਂ ਇਹਦੇ ਚ ਕੋਈ ICU ਪ੍ਰੋਡਿਊਸ ਕਰਨੇ। ਹੁਣ ਪੰਜਾਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ, 3 ਮੈਡੀਕਲ ਕਾਲਜ ਨੂੰ ਛੱਡ ਦਿਓ, 2 ਵੱਡੇ ਹਸਪੀਟਲ ਜਿਹੜੇ ਡਿਸਟ੍ਰਿਕਟ ਛੱਡ ਦਿਓ, ਤੁਹਾਡਾ ਜਲੰਧਰ ਤੇ ਲੁਧਿਆਣਾ, ਤੇ ਬਾਕੀ ਜਿਹੜੇ 23 ਹੈਗੇ ਨੇ 18 ਚ ਤਾਂ ਤੁਹਾਨੂੰ ਵੈਸੇ ਕੁਝ ਨਹੀਂ ਲੱਭਣਾ। ਜੇ ਤੁਹਾਨੂੰ ਲੱਭਣਾ ਹੀ ਨਹੀਂ ਕੁਝ ਉੱਥੇ ਜਿਹੜਾ ਹੈਗਾ ICU ਨਹੀਂ ਲੱਭਣਾ, ਤੁਹਾਨੂੰ ਕੋਈ ਸੁਪਰ ਸਪੈਸ਼ਲਿਟੀ ਵਾਲਾ ਡਾਕਟਰ ਨਹੀਂ ਲੱਭਣਾ ਜਿਹੜਾ ਹੈਗਾ, ਜਿਹੜੇ ਕਿ ਮੈਂ ਪ੍ਰੇਜ਼ ਕਰਦਾ, ਤੁਹਾਨੂੰ ਪਹਿਲਾਂ ਵੀ ਮੈਂ ਨਾਮ ਲਿਆ ਹਰਿਆਣੇ ਦਾ। ਤੁਸੀਂ ਇਹਦਾ ਮਤਲਬ ਤੁਸੀਂ ਕਰ ਕੀ ਰਹੇ ਹੋ? ਤੁਸੀਂ ਬੈਠੇ ਕਿੱਥੇ ਹੋਏ ਹੋ ਅੱਜ ਜਿਹੜਾ ਹੈਗਾ? ਅੱਜ ਆਪਾਂ ਮੋਹਾਲੀ ਚ ਬੈਠੇ ਹੋਏ ਹਾਂ, 2 ਵਜੇ ਤੋਂ ਬਾਅਦ ਤੁਸੀਂ ਮੋਹਾਲੀ ਸਿਵਲ ਹਸਪੀਟਲ ਚਲ ਜਾਓ ਜੇ ਤੁਹਾਨੂੰ ਕੁਝ ਲੱਭ ਗਿਆ ਉੱਥੇ। ਫਿਰ ਆਪਾਂ ਕਿਹੜੇ ਵਰਲਡ ਕਲਾਸ ਸਿਟੀ ਦੀਆਂ ਗੱਲਾਂ ਕਰਦੇ ਹਾਂ? 5 ਸਿਤਾਰਾ ਹੋਟਲ ਦਾ ਤੁਸੀਂ ਬੱਸ ਸਟੈਂਡ ਦਾ ਬਣਾਤਾ,
5 ਤਾਰਾ ਤੁਹਾਡੀ ਸਬਜ਼ੀ ਮੰਡੀ ਤਾਂ ਤੁਸੀਂ ਬਣਾ ਲਈ। ਆ ਰੀਜਨਲ ਸਪਾਈਨਲ ਇੰਜਰੀ ਸੈਂਟਰਸ, ਜਿਵੇਂ ਤੁਸੀਂ ਡਾਕਟਰ ਰਾਜ ਬਹਾਦਰ ਦੀ ਗੱਲ ਕੀਤੀ ਸੀ, ਰੀਜਨਲ ਸਪਾਈਨਲ ਇੰਜਰੀ ਸੈਂਟਰ ਬਣਿਆ ਹੋਇਆ, ਉਹ ਨਹੀਂ ਚੱਲਿਆ 2006 ਤੋਂ ਲੈ ਕੇ। ਤੁਹਾਡਾ ਬੱਸ ਸਟੈਂਡ ਨਹੀਂ ਚੱਲਿਆ, ਤੁਸੀਂ 5 ਸਟਾਰ ਕਹਿੰਦੇ ਸੀਗੇ। ਕਰੋੜਾਂ ਰੁਪਏ ਲਾ ਕੇ ਤੁਸੀਂ ਸਬਜ਼ੀ ਮੰਡੀ ਬਣਾ ਲਈ। ਹਸਪੀਟਲ ਜਿਹੜਾ ਹੈਗਾ ਤੁਹਾਡਾ ਬਣ ਨਹੀਂ ਸਕਿਆ। ਜੇ ਬਣਿਆ ਤਾਂ ਉਹ ਕਿਸੇ ਢੰਗ ਨਾਲ ਉੱਥੇ ਸਹੂਲਤਾਂ ਹੀ ਨਹੀਂ ਦਿੱਤੀਆਂ। ਹੁਣ ਜਿਹੜੇ ਜਿੰਨੇ ਕੁ ਉੱਥੇ ਲਿਮਟਡ ਡਾਕਟਰ ਹੈਗੇ ਨੇ ਉਹੀ ਕੰਮ ਕਰਨਗੇ ਨਾ ਫਿਰ ਵਿੱਚ। ਜਦੋਂ ਡਾਕਟਰਸ ਨੂੰ ਤੁਸੀਂ, ਤੁਹਾਡੇ ਕੋਲ ਆਈਸੀਯੂ ਹੈ ਹੀ ਨਹੀਂ ਹੈ, ਤੇ ਉੱਥੇ ਜਿਹੜਾ ਸੀਨੀਅਰ ਵੀ ਡਾਕਟਰ ਉੱਥੇ ਬੈਠਾ ਹੋਏਗਾ ਉਹਦੀ ਜ਼ਿੰਮੇਵਾਰੀ ਥੋੜੀ ਹੈ ਆਈਸੀਯੂ ਬਣਾਉਣਾ। ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਪਲੈਨਿੰਗ ਜਿਨ੍ਹਾਂ ਨੇ ਪਲੈਨਿੰਗ ਕਰਨੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ, ਤੇ ਪਲੈਨਿੰਗ ਵਾਲਿਆਂ ਨੂੰ ਤਾਂ ਆਪ ਨਹੀਂ ਪਤਾ ਵੀ ਅਸੀਂ ਕਰ ਕੀ ਰਹੇ ਹਾਂ ਵਿੱਚ ਜਿਹੜੇ ਹੈਗੇ। ਸੋ ਇਹਦਾ ਮਤਲਬ ਇਹ ਸੀਗਾ ਕਿ ਇਹਨਾਂ ਲੋਕਾਂ ਨੇ ਪਲੈਨਿੰਗ ਕੋਈ ਨਹੀਂ ਕੀਤੀ। ਔਰ ਅੱਜ ਜਿਹੜਾ ਹੈਗਾ ਪਾਪੂਲੇਸ਼ਨ ਆਪਣੀ ਇੰਨੀ ਜ਼ਿਆਦਾ ਇੰਕਰੀਜ਼ ਹੋ ਗਈ, ਔਰ ਉਹਦੇ ਤੇ ਤੁਸੀਂ ਦੇਖੋ ਕਿ ਜਿਹੜਾ ਕੋਈ ਬੰਦਸ਼ ਜਿਹੜੀ ਹੈਗੀ ਆ ਉਹ ਲਾ ਨਹੀਂ ਸਕੇ। ਫਿਰ ਉਹਦੇ ਚ ਜਿਹੜੇ ਪੋਲੀਟੀਕਲ ਲੀਡਰਸ ਨੇ ਕਿਵੇਂ ਧਰਮ ਨੂੰ ਵਿੱਚ ਵੜ ਲੈਂਦੇ ਆ, ਤੁਸੀਂ ਸੁਣੀਆਂ ਹੋਣੀਆਂ ਨੇ, ਮੈਨੂੰ ਨਾਮ ਲੈਣ ਦੀ ਜ਼ਰੂਰਤ ਨਹੀਂ। ਜਿਹੜੇ ਇਹਨਾਂ ਦੇ ਮੋਹਨ ਭਾਗਵਤ ਸੀਗੇ ਉਹਨਾਂ ਦੀ ਸਟੇਟਮੈਂਟ ਪੜ੍ਹੀ ਹੋਣੀ ਹੈ। ਤੁਸੀਂ ਮੁਲਾਇਮ ਸਿੰਘ ਯਾਦਵ ਦੀ ਸਟੇਟਮੈਂਟ ਸੁਣੀ ਹੋਣੀ ਹੈ। ਤੁਸੀਂ ਮੁਸਲਿਮ ਇੱਕ ਲੀਡਰ ਦੀ ਸਟੇਟਮੈਂਟ ਸੁਣੀ ਹੋਣੀ ਹੈ। ਆਪਣੇ ਜਥੇਦਾਰ ਜਿਹੜੇ ਸੀਗੇ ਅਕਾਲ ਤਖਤ, ਉਹਨਾਂ ਦੀ ਸਟੇਟਮੈਂਟ ਸੁਣੀ ਹੋਣੀ ਹੈ ਕਿ ਨਿਆਣੇ ਜੰਮਣ ਬਾਰੇ। ਤੁਸੀਂ ਆਪਾਂ ਫਿਰ ਜਾ ਕੇ ਦਰ ਨੂੰ ਰਹੇ ਹਾਂ, ਕਿਹੜੀ ਆਪਾਂ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਅੱਜ। ਜਿਸ ਤਰ੍ਹਾਂ ਮੈਂ ਕਿਹਾ ਕਿ ਆਜ਼ਾਦੀ ਕਹਿਣਾ ਚੰਗਾ ਲੱਗਦਾ ਹੈ, ਮਨਾਉਣਾ ਵੀ ਚੰਗਾ ਲੱਗਦਾ ਹੈ, ਲੇਕਿਨ ਕਿਸ ਆਜ਼ਾਦੀ, ਕਿਹੜੀ ਆਜ਼ਾਦੀ ਮਨਾ ਰਹੇ ਹਾਂ ਆਪਾਂ ਜਿਹੜੀ ਹੈਗੀ ਹੈ। ਤੁਹਾਡਾ ਸਿਹਤ ਤੁਹਾਡੀ ਠੀਕ ਨਹੀਂ ਹੈ, ਐਜੂਕੇਸ਼ਨ ਤੁਹਾਡੀ ਠੀਕ ਨਹੀਂ ਹੈ, ਕਿਸਾਨ ਤੁਹਾਡਾ ਸੜਕਾਂ ਦੇ ਕਿਨਾਰੇ ਬੈਠਾ ਹੋਇਆ ਹੈ, ਮਾਂ ਬੱਚਾ ਜਿਹੜੀ ਹੈਗੀ ਆ ਉਹ ਸੜਕ ਦੇ ਕਿਨਾਰੇ ਜੰਮ ਰਹੀ ਹੈ, ਬੇਟੀਆਂ ਜਿਹੜੀਆਂ ਹੈਗੀਆਂ ਨੇ ਉਹ ਨਾਰੇ ਸਿਰਫ ਖਾ ਰਹੀਆਂ ਨੇ, ਅਦਰਵਾਈਜ਼ ਉਹ ਸੜਕਾਂ ਤੇ ਬੈਠੀਆਂ ਹੋਈਆਂ ਨੇ ਵਿੱਚ। ਤੁਹਾਡਾ ਪ੍ਰਦੂਸ਼ਣ ਦੇ ਨਾਲ ਤੁਹਾਡਾ ਬੁਰਾ ਹਾਲ ਹੋਇਆ ਪਿਆ ਵਿੱਚ ਜਿਹੜੀ ਹੈਗੀ ਹੈ। ਰਿਸ਼ਵਤਖੋਰੀ ਜਿਹੜੀ ਹੈਗੀ ਆ ਉਹ ਰੱਜ ਕੇ ਚੱਲ ਰਹੀ ਹੈ ਵਿੱਚ। ਦਫ਼ਤਰ ਦੇ ਵਿੱਚ ਤੁਹਾਨੂੰ ਵੜਨ ਨਹੀਂ ਦਿੱਤਾ ਜਾਂਦਾ, ਜਸਟਿਸ ਤੁਹਾਨੂੰ ਨਹੀਂ ਮਿਲਦਾ ਵਿੱਚ। ਹਰ ਥਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਇੱਕ ਵਾਰੀ ਕੇਸ ਕਰ ਲਓ, ਪੁਲਿਸ ਸਟੇਸ਼ਨ ਤੁਸੀਂ ਵੜ ਨਹੀਂ ਸਕਦੇ, ਕੋਰਟ ਤੁਸੀਂ ਜਾਂਦੇ ਹੋ ਤੇ ਸਾਰੀ ਉਮਰ ਤੁਹਾਡੀ ਲੰਘ ਜਾਂਦੀ ਹੈ ਇੱਕੋ ਹੀ ਜਿਹੜਾ ਹੈਗਾ ਕੇਸ ਦੇ ਵਿੱਚ ਤੁਸੀਂ ਭੁਗਤਦੇ ਫਿਰਦੇ ਹੋ। ਤੇ ਫਿਰ ਆਪਾਂ ਕਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਕਿਹੜੀ ਆਜ਼ਾਦੀ ਹੈ ਜਿਹਨੂੰ ਆਪਾਂ ਹੁੰਦੀ ਘੜੀ ਮੰਨ ਰਹੇ ਹਾਂ ਤੇ ਮਨਾ ਰਹੇ ਹਾਂ ਵਿੱਚ ਜਿਹੜੀ ਹੈਗੀ ਹੈ। ਮਨਾਓ, ਕੋਈ ਜੇ ਤੁਹਾਡੇ ਘਰ ਦੇ ਵਿੱਚ ਕੋਈ ਸ਼ਾਂਤੀ ਹੈਗੀ ਤਾਂ ਮਨਾਓ ਨਾ। ਦੁੱਖ ਚ ਕਿਹੜੀ ਚੀਜ਼ ਮਨਾ ਰਹੇ ਹਾਂ ਆਪਾਂ ਅੱਜ। ਜਿੱਥੇ ਆਪਾਂ ਖੜੇ ਆ ਆਪਾਂ ਦੁਖੀ ਹੋਏ ਖੜੇ ਆ, ਆਪਾਂ ਕੋਈ ਸੁੱਖ ਚ ਨਹੀਂ ਹੈ। ਫਿਰ ਆਪਾਂ ਕਿਸ ਆਜ਼ਾਦੀ, ਫਿਰ ਤੁਸੀਂ ਦੇਖੋ ਪੋਲੀਟੀਸ਼ੀਅਨ ਦੇ ਝੂਠ ਤੇ ਝੂਠ ਇੰਨਾ ਜਿਹੜਾ ਹੈਗਾ ਕਿ ਤੁਹਾਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਹੈ ਇਲੈਕਸ਼ਨਸ ਦੇ ਵਿੱਚ ਕਿ ਆਮ ਆਦਮੀ ਜਿਹੜਾ ਹੈਗਾ, ਕਿਉਂਕਿ ਉਹਨੂੰ ਰੋਟੀ ਦੀ ਪਈ ਹੁੰਦੀ ਹੈ, ਇਸ ਕਰਕੇ ਉਹਨੂੰ ਸੋਚਣ ਦੀ ਜ਼ਰੂਰਤ। ਜਿਹੜੇ ਜਿਵੇਂ ਹੁਣ ਮੀਡੀਆ, ਜਿਹੜੇ ਅੱਛਾ ਮੀਡੀਆ ਜਿਹੜਾ ਹੈਗਾ ਉਹ ਡਿਸਕਸ ਕਰਦਾ ਇਸ ਗੱਲ ਨੂੰ ਸਾਰੀ ਨੂੰ ਵਿੱਚ ਕਿ ਕਿਵੇਂ ਇਹ ਲੋਕ ਜਿਹੜੇ ਹੈਗੇ ਨੇ ਆਜ਼ਾਦੀ ਨੂੰ ਜਿਹੜੀ ਹੈਗੀ ਆ ਕਿਵੇਂ ਵਰਤ ਰਹੇ ਨੇ, ਲੋਕਾਂ ਨੂੰ ਕਿਵੇਂ ਗੁੰਮਰਾਹ ਕਰ ਰਹੇ ਨੇ ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ ਦੇ ਉੱਤੇ, ਪੈਸੇ ਦੇ ਨਾਂ ਦੇ ਉੱਤੇ, ਪਰਿਵਾਰ ਦੇ ਨਾਮ ਦੇ ਉੱਤੇ, ਕੱਪੜੇ ਪਾਉਣ ਦੇ ਉੱਤੇ, ਨਾਂ ਦੇ ਉੱਤੇ। ਤੁਸੀਂ ਲਵ ਜਿਹਾਦ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕੋਈ ਧਰਮ ਜਿਹੜਾ ਹੈਗਾ ਉਸ ਨੂੰ ਮਨਾਉਣ ਨਹੀਂ ਦਿੰਦੇ, ਉਹਦੀ ਸਿਕਿਉਰਿਟੀ ਕੋਈ ਨਹੀਂ ਹੈ ਵਿੱਚ। ਫਿਰ ਤੁਸੀਂ ਕੋਈ ਜਿਹੜਾ ਹੈਗਾ ਉਸ ਨੂੰ ਜਿਵੇਂ ਆਪਾਂ ਕਹਿੰਦੇ ਆ ਕਿ ਫਰੀडम ਤੌਰ ਤੇ ਉਹ ਕੋਈ ਬੰਦਾ, ਕੋਈ ਲੇਡੀ ਘੁੰਮ ਸਕੇ, ਉਹ ਨਹੀਂ ਤੁਸੀਂ ਘੁੰਮਣ ਦਿੰਦੇ। ਤੁਸੀਂ ਕਹਿੰਦੇ ਨਹੀਂ ਜੀ ਅਸੀਂ ਆਹ ਵਾਲਾ ਨਹੀਂ ਮਨਾਉਂਦਾ, ਨਾ ਇਹ ਮੇਰਾ ਧਰਮ ਨਹੀਂ ਕਹਿੰਦਾ, ਉਹ ਦੂਸਰਾ ਕਹਿੰਦਾ ਇਹ ਮੇਰਾ ਧਰਮ ਨਹੀਂ ਕਹਿੰਦਾ। ਕਈ ਤਾਂ ਇਹ ਹੈਗੇ ਨੇ ਕਿ ਤੁਸੀਂ ਦੇਖੋ ਕਿ ਕਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਨੇ ਤੇ ਫਿਰ ਆਪਣੇ ਭਰਾਵੇ ਕਰਕੇ ਪਾਰਲੀਮੈਂਟ ਦੇ ਵਿੱਚ ਨਹੀਂ ਜਾਂਦੇ, ਬਾਹਰ ਬੈਠੇ ਰਹਿੰਦੇ ਨੇ ਕਿ ਮੇਰੀ ਕਿਰਪਾਨ ਅੰਦਰ ਜਾਏਗੀ ਤੇ ਮੈਂ ਜਾਵਾਂਗਾ, ਮੈਂ ਵੈਸੇ ਨਹੀਂ ਜਾਂਦਾ। ਆਪਾਂ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਹਾਂ ਵਿੱਚ ਜਿਹੜੀ ਹੈਗੀ। ਬਿਲਕੁਲ ਡਾਕਟਰ ਦਲੇਰ, ਇਹ ਤਾਂ ਹੈ ਹੀ ਕਿ ਜਿਹੜੇ ਆਜ਼ਾਦੀ ਦੇ ਮਾਇਨੇ ਹੈ ਉਹ ਲੋਕਾਂ ਨੂੰ ਸਮਝਣੇ ਬੇਹੱਦ ਜ਼ਰੂਰੀ ਹੈ, ਕਿਉਂਕਿ ਅਸੀਂ ਆਜ਼ਾਦੀ ਕਹਿ ਤਾਂ ਦਿੰਦੇ, ਆਜ਼ਾਦੀ ਦਿਵਸ ਮਨਾਉਂਦੇ ਵੀ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ, 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਂਦੇ, ਲੇਕਿਨ ਅਸਲ ਮਾਇਨੇ ਦੇ ਵਿੱਚ ਇਹਨਾਂ ਦੇ ਜਿਹੜੇ ਮਾਇਨੇ ਆ ਉਹ ਸ਼ਾਇਦ ਸਾਡੀ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਨਾ ਸਿਰਫ ਰਾਜਨੇਤਾ ਬਲਕਿ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ। ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਪੰਜਾਬ ਦੇ ਜਿਹੜੇ ਸਿਹਤ ਸੁਵਿਧਾਵਾਂ ਹੈ ਉਹਦੇ ਬਾਰੇ ਤੁਸੀਂ ਜਿਹੜਾ ਦੱਸਿਆ ਕਿ ਆਖਿਰ ਕਿੱਥੇ ਲੈਕ ਕਰ ਰਹੇ ਤੇ ਕੀ ਕੁਝ ਕੀਤਾ ਜਾ ਸਕਦਾ, ਤੁਸੀਂ ਸਮਾਧਾਨ ਵੀ ਦੱਸੇ। ਕੀ ਹਾਲ ਪੰਜਾਬ ਪ੍ਰੋਗਰਾਮ ਦੇ ਵਿੱਚ ਅੱਜ ਇਹ ਜਾਣਿਆ ਕਿ 75 ਸਾਲਾਂ ਦੇ ਵਿੱਚ ਕੀ ਕੁਝ ਬਦਲਾਵ ਸਿਹਤ ਸੁਵਿਧਾਵਾਂ ਦੇ ਵਿੱਚ ਆਇਆ ਹੈ। ਕੋਸ਼ਿਸ਼ ਸਰਕਾਰਾਂ ਕਰ ਰਹੀ ਹੈ, ਲੇਕਿਨ ਇਹ ਸਿਰਫ ਸਰਕਾਰ ਦੀ ਕੋਸ਼ਿਸ਼ ਦੇ ਚਲਦੇ ਨਹੀਂ ਹੋਏਗਾ, ਲੋਕਾਂ ਨੂੰ ਵੀ ਆਪਣੀ ਕਲੈਕਟਿਵ ਰਿਸਪੌਂਸਿਬਿਲਿਟੀ ਯਾਨੀ ਕਿ ਇਕਜੁੱਟ ਹੋਣਾ, ਹਰ ਇੱਕ ਜ਼ਿੰਮੇਦਾਰੀ ਨੂੰ ਸਮਝਣਾ ਬੇहद ਜ਼ਰੂਰੀ ਹੈ, ਤਾਂ ਹੀ ਜਿਹੜਾ ਹੈ ਸਿਹਤ ਸੁਵਿਧਾਵਾਂ ਹੋਰ ਬਿਹਤਰ ਹੋ ਸਕਦੀ ਹੈ। ਇਹ ਵੀ ਦੱਸ ਦਿੰਦੇ ਹਾਂ ਕਿ ਇਸ ਆਜ਼ਾਦੀ ਦਿਹਾੜੇ ਤੇ ਆਮ ਆਦਮੀ ਪਾਰਟੀ ਵੱਲੋਂ 150 ਮੁਹੱਲਾ ਕਲੀਨਿਕ ਜਿਹੜੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ, ਲੇਕਿਨ ਉਹ ਕਿੰਨੇ ਕੀ ਕਾਮਯਾਬ ਹੋਣਗੇ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।